जियों जाने तिस अंतर रवे हर नाम बाणी गुरु गुरु है बाणी विच बाणी अमृत सारे गुर बाणी कहे सेवक जन मान पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए श्री राग महला तीजा जिनी एक मन नाम ते आया गुरमति विचार तिनके मुख सद उजले तित सच्चे दरबार ओए अमृत पीवै सदा सदा सच्चे नाम प्यार पाई रे गुरमुख सदा पत होए हर हर सदा ध्याईऐ मल हाँ मैं कढै धोए रहाओ मन मुख नाम न जाननी विण नावै पत जाए शब्द साध न आयो लागे दूजे पाए विष्टा के कीड़े पावे विच विष्टा से विष्टा माहे समाए तिनका जन्म सफल है जो चले सतगुर पाए कुल उदार आपना तन जने दी माए हर हर नाम ध्याईऐ जिसनों कृपा करे रजाए जिनी गुरमुख नाम ध्याया विचों आप गवाए ओए अंदरों बाहरों निर्मल
सचे सच समाए नानक आए से परवान है जिन गुरमति हार त्याए जिन गुरमुख नाम त्याया विचों आप गवाए ओए अंदरों बाहरों निर्मले सच्चे सच समाए नानक आए से परवान है जिन गुरमति हर त्याए। वाहिगुरु जी का खालसा वाहिगुरु जी की फतेह। ये पावन शब्द जो श्री राग अंदर तीसरे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 28 अंग ते दर्ज है। इस शब्द की विचार भाई दुर्लभ सिंह जी दमदमी टकसाल आप जी नूं सरवण करवाउणगे। 2 दिन का उन्हां दा समा है साडे पास। अमृत संचार हर ऐतवार 11 बजे हुंदा है। गुरु घर दी सेवा विच गुरु के लंगरां वास्ते रसद कड़ा प्रसाद दी देग वास्ते देसी घ्यो बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत दी सेवा जथेदार बाबा बचन सिंह जी करवा रहे हैं। अपने घरां दे विच बच्चों दे नाल पंजाबी बोलो, बच्चों नूं गुरमुखी पढ़ाओ ताकि साडे बच्चे गुरु ग्रंथ साहिब पातशाह महाराज जी दे चरनी लग सकन। अपने नावां दे नाल भी सिंह ते कौर शब्द लिखिया करो। जो आपां जातां पातां गोत्र लिखदे आ इन्हां नूं सिख धर्म विच कोई थां कोई प्रवानगी नहीं है। वाहिगुरु जी का खालसा वाहिगुरु जी की फतेह। सतनाम श्री वाहे गुरु साहिब जियो। तेरे कवन कवन गुण कह कह गावा। तू साहिब गुणी निधाना। तुमरी महिमा बरन ना सको।
ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਜਿਨੇ ਏਕ ਮਨ ਨਾਮ ਧਿਆਇਆ, ਗੁਰਮਤਿ ਵਿਚਾਰ, ਤਿਨ ਕੇ ਮੁਖ ਸਦ ਉਜਲੇ, ਤਿਤ ਸਚੈ ਦਰਬਾਰ। ਓਏ ਅੰਮ੍ਰਿਤ ਪੀਵਹਿ ਸਦਾ ਸਦਾ, ਸਚੈ ਨਾਮ ਪਿਆਰ। ਜਿਨੇ ਏਕ ਮਨ ਨਾਮ ਧਿਆਇਆ। ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ, ਗੁਰਬਾਣੀ ਸਰੂਪ ਪਤਿਤ ਪਾਵਨ ਭਗਤ ਵਛਲ ਦੀਨ ਦਇਆਲ ਦੀਨਾ ਬੰਧੂ, ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਹੋਈ ਪਾਵਨ ਔਰ ਪਵਿੱਤਰ ਪ੍ਰਤੱਖ ਜੋਤ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਬਾਲਾ ਪ੍ਰੀਤਮ ਸਤਿਗੁਰੂ, ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਮਹਾਰਾਜ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰੋ। ਬੜੇ ਹੀ ਪ੍ਰੇਮ ਔਰ ਸਤਿਕਾਰ ਦੇ ਸਹਿਤ ਆਪ ਸਮੂਹ ਗੁਰੂ ਕੀ ਸੰਗਤ ਮੁਬਾਰਕ ਰਸਨਾ ਤੋਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਬਹੁਤ ਅਪਾਰ ਬੇਅੰਤ ਵੱਡੀ ਬਖਸ਼ਿਸ਼ ਹੋ ਰਹੀ ਹੈ, ਜਿਸ ਬਖਸ਼ਿਸ਼ ਔਰ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸਜੇ ਹੋਏ ਹਨ। ਪਾਵਨ
ਪਵਿੱਤਰ ਗੁਰਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੀ ਪਵਿੱਤਰ ਪਾਕ ਗੁਰਬਾਣੀ ਦੇ ਸ਼ਬਦ ਕੀਰਤਨ ਆਪ ਗੁਰੂ ਕੀਆਂ ਸੰਗਤਾਂ ਨੇ ਸਮੇਂ-ਸਮੇਂ ਦੀ ਹਾਜ਼ਰੀ ਭਰ ਕੇ ਸ਼ਰਵਣ ਕੀਤੇ ਹਨ ਔਰ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਮਹਾਰਾਜ ਜੀ ਦੇ ਘਰ ਦੀ ਥੋੜੀ ਬਹੁਤੀ ਜਿੰਨੀ ਸਮਰੱਥਾ ਅਨੁਸਾਰ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਬਹੁਤ ਵੱਡਾ ਯਤਨ ਆਪ ਜੀ ਕਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਗਾਧ ਬੋਧ ਪਵਿੱਤਰ ਪਾਕ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਕਥਾ ਨੂੰ ਸੁਣਨ ਦਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ। ਆਓ ਮਨ ਚਿੱਤ ਬਿਰਤੀ ਦੀ ਇਕਾਗਰਤਾ ਬਣਾ ਕੇ ਜੋ ਇਹ ਸਤਿਗੁਰੂ ਜੀ ਦੇ ਤਰਸ ਦਾ ਸਦਕਾ ਸਾਨੂੰ ਕੀਮਤੀ ਸਮਾਂ ਪ੍ਰਾਪਤ ਹੋਇਆ ਹੈ ਮਹਾਰਾਜ ਜੀ ਦੇ ਦਰਬਾਰ ਅੰਦਰ ਬੈਠਣ ਦਾ, ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ, ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਵਿਚਾਰ ਸੁਣਨ ਦਾ, ਇਸ ਸਮੇਂ ਨੂੰ ਸਫਲ ਬਣਾਈਏ। ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਜਿਹੜਾ ਹੈ ਬਹੁਤ ਕੀਮਤੀ ਹੈ ਔਰ ਬਹੁਤ ਪਾਕ ਪਵਿੱਤਰ ਹੈ। ਏਡੀ ਮਹਾਨ ਗੁਰਬਾਣੀ ਹੈ ਮਹਾਰਾਜ ਦੀ। ਸਤਿਗੁਰੂ ਜੀ ਦੀ ਬਾਣੀ ਵਿੱਚ ਬਚਨ ਹਨ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇਸ ਪਾਵਨ ਗੁਰਬਾਣੀ ਦਾ ਕਿਨਕਾ ਮਾਤਰ ਵੀ ਨਾਮ ਦਾ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਿਸੇ ਮਾਈ ਭਾਈ ਗੁਰਸਿੱਖ ਦੇ ਹਿਰਦੇ ਵਿੱਚ ਵਸ ਜਾਵੇ ਤਾਂ ਮਹਾਰਾਜ ਕਹਿੰਦੇ ਉਸ ਦੀ ਵਡਿਆਈ, ਉਸ ਦੀ ਮਹਿਮਾ ਨੂੰ, ਉਸ ਦੀ ਉਸਤਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਭਾਈ ਵੱਡੇ ਭਾਗ ਜਾਣੀਏ, ਐਸੀ ਪਵਿੱਤਰ ਬਾਣੀ ਦੀ ਕਥਾ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਜੀ ਮਨ ਚਿੱਤ ਬਿਰਤੀ ਦੀ ਇਕਾਗਰਤਾ ਦੇ ਸਹਿਤ ਜੋ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਰਹੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 28 ਅੰਗ ਉੱਪਰ ਇਹ ਪਾਵਨ ਸ਼ਬਦ ਸੁਭਾਏਮਾਨ ਹਨ। ਬੜੇ ਪ੍ਰੇਮ ਦੇ ਨਾਲ ਸਤਿਗੁਰੂ ਆਪਣੀ ਵਿਚਾਰ ਆਪ ਕਰਵਾ ਲੈਣ। ਆਪ ਜੀ ਇਸ ਕਥਾ ਨੂੰ ਸੁਣਨ ਦਾ ਯਤਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਏਕ ਮਨ ਨਾਮ ਧਿਆਇਆ, ਗੁਰਮਤਿ ਵਿਚਾਰ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਪਾਵਨ ਮੁਬਾਰਕ ਪਵਿੱਤਰ ਰਸਨਾ ਤੋਂ ਇਹ ਉਪਦੇਸ਼ ਉਚਾਰਨ ਕਰਕੇ, ਇਸ ਸ਼ਬਦ ਦਾ ਉਚਾਰਨ ਕਰਕੇ ਪਾਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਔਰ ਇਸ ਉਪਦੇਸ਼ ਦੇ ਅੰਦਰ ਮਹਾਰਾਜ ਨੇ ਇੱਕ ਤਾਂ ਉਸ ਪਰਮਾਤਮਾ ਅਕਾਲ ਪੁਰਖ ਜੀ ਦੇ ਨਾਮ ਦੀ ਗੱਲ ਕੀਤੀ ਹੈ ਔਰ ਦੂਸਰੀ ਉਸ ਅਕਾਲ ਪੁਰਖ ਦੀ ਮੱਤ ਦੀ ਗੱਲ ਕੀਤੀ ਹੈ। ਗੁਰਮਤਿ ਕੀ ਹੁੰਦੀ ਹੈ? ਨਾਮ ਜਪਣਾ ਹੈ ਪਰ ਗੁਰੂ ਦੀ ਮੱਤ ਲੈ ਕੇ ਜਪਣਾ ਹੈ। ਜੇ ਇਕੱਲੇ ਨਾਮ ਤੱਕ ਰਹੀਏ ਵੀ ਨਾਮ ਹੀ ਜਪਣਾ ਹੈ ਤਾਂ ਲੋਕ ਪਖੰਡ ਕਰਦੇ ਆ, ਜਿਹੜੇ ਕੰਨਾਂ ਵਿੱਚ ਨਾਮ ਦਿੰਦੇ ਹਨ ਉਹ ਵੀ ਕਹਿੰਦੇ ਅਸੀਂ ਨਾਮ ਹੀ ਦੇ ਰਹੇ ਹਾਂ। ਇਸ ਲਈ ਗੁਰਸਿੱਖੋ, ਨਾਮ ਜਪਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਪਿਆਰੇ ਸਿੰਘ ਸਹਿਬਾਨ
ਜਦੋਂ ਤਿਆਰ ਬਰ ਤਿਆਰ ਹੋ ਕੇ ਖੰਡੇ ਬਾਟੇ ਦੀ ਪਾਹੁਲ ਛਕਾਉਂਦੇ ਐ ਔਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਨਾਮ ਦੀ ਦਾਤ ਝੋਲੀ ਵਿੱਚ ਪਾਉਂਦੇ ਹਨ, ਉਸ ਨਾਮ ਦਾ ਅਭਿਆਸ ਗੁਰਸਿੱਖ ਨੇ ਸਾਰੀ ਜ਼ਿੰਦਗੀ ਕਰਨਾ ਹੈ। ਗੁਰੂ ਦੀ ਮੱਤ ਨਾਲ ਲਿਆ ਹੋਇਆ ਨਾਮ ਗੁਰੂ ਸਾਹਿਬ ਦੀ ਮੱਤ ਦੇ ਨਾਲ ਜਪਣਾ ਹੈ। ਗੁਰਮਤਿ ਕੀ ਹੈ? ਗੁਰੂ ਦੀ ਮੱਤ ਲੈ ਕੇ ਚੱਲਣਾ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਜਾਵਾਂ, ਕਿਉਂਕਿ ਗੁਰੂ ਘਰ ਦੇ ਪ੍ਰਚਾਰਕ ਹੋਣ ਦੇ ਨਾਤੇ ਫਰਜ਼ ਹੈ। ਸਾਧ ਸੰਗਤ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਸਮੇਂ ਖਾਲਸਾ ਸਿਰਜਿਆ ਹੈ ਤਾਂ ਸਤਿਗੁਰੂ ਮਹਾਰਾਜ ਜੀ ਦੇ ਖਾਲਸੇ ਦੀ ਮਰਿਆਦਾ, ਰਹਿਣ ਸਹਿਣ, ਜੀਵਨ ਬੜਾ ਪਾਕ ਔਰ ਬੜਾ ਨਿਰਾਲਾ, ਉੱਚਾ ਸੁੱਚਾ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਦੇ ਪਾਵਨ ਬੋਲ ਹਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਇਹਨਾਂ ਬੋਲਾਂ ਦੇ ਅੰਦਰ ਬਹੁਤ ਤਾਕਤ ਹੈ ਔਰ ਬਹੁਤ ਸਤਿਗੁਰੂ ਮਹਾਰਾਜ ਮਾਰਗ ਦਰਸਾ ਦਿੰਦੇ ਹਨ। ਖਾਲਸਾ ਅਕਾਲ ਪੁਰਖ ਕੀ ਫੌਜ, ਇਹ ਗੁਰੂ ਖਾਲਸਾ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਦੀ ਸਾਜੀ ਹੋਈ ਫੌਜ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਗੁਰੂ ਖਾਲਸਾ ਪਰਮਾਤਮਾ ਦੀ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ, ਜੰਮਿਆ ਨਹੀਂ ਹੈ, ਕਿਸੇ ਦਾ ਬਣਾਇਆ ਹੋਇਆ ਨਹੀਂ, ਅਕਾਲ ਪੁਰਖ ਦੀ ਸਾਜੀ ਹੋਈ ਫੌਜ ਹੈ। ਮਹਾਰਾਜ ਨੇ ਬਚਨ ਕੀਤੇ ਹੈ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਇਸ ਗੱਲ ਨੂੰ ਵਿਚਾਰਨ ਦੀ ਅੱਜ ਬਹੁਤ ਲੋੜ ਹੈ ਵੀ ਅਸੀਂ ਜਿਹੜਾ ਨਿਆਰਾਪਨ ਮਹਾਰਾਜ ਨੇ ਸਾਨੂੰ ਦਿੱਤਾ ਹੈ, ਜਿਹੜੀ ਗੁਰਮਤ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ, ਅਸੀਂ ਉਸ ਗੁਰਮਤ ਦੇ ਅਨੁਕੂਲ, ਉਹਦੇ ਆਧਾਰ ਤੇ ਆਪਣਾ ਜੀਵਨ ਬਸਰ ਕਰ ਰਹੇ ਹਾਂ ਜਾਂ ਨਹੀਂ ਕਰਦੇ। ਰੱਖੜੀਆਂ ਦੇ ਤਿਉਹਾਰ ਆ ਰਹੇ ਹੈ ਔਰ ਇਸ ਤਿਉਹਾਰ ਨੂੰ ਹਿੰਦੂ ਵੀਰ ਤਾਂ ਮਨਾਉਂਦੇ ਹੀ ਸਨ। ਅੱਜ ਕੱਲ੍ਹ ਖਾਲਸਾ ਕਹਿਲਾਉਣ ਵਾਲੇ ਸਿੱਖ, ਅੰਮ੍ਰਿਤਧਾਰੀ ਸਿੰਘ, ਬੀਬੀਆਂ, ਮਾਈ ਭਾਈ, ਆਪਾਂ ਸਾਰੇ ਵੀ ਮਨਾਉਣ ਲੱਗ ਪਏ ਹਾਂ ਔਰ ਇਹਨੂੰ ਨਾਮ ਦਿੱਤਾ ਜਾਂਦਾ ਹੈ ਰਕਸ਼ਾ ਬੰਧਨ। ਹਿੰਦੀ ਦੇ ਅੰਦਰ ਰਕਸ਼ਾ ਬੰਧਨ ਕਹਿੰਦੇ ਹਨ। ਭਾਈ ਵੱਲੋਂ ਭੈਣ ਦੀ ਰੱਖਿਆ ਕਰਨ ਤੇ ਉਹਨੂੰ ਇਹ ਸੁਚੇਤ ਕਰਨ ਦੇ ਲਈ ਸਾਲ ਕੁ ਪਿੱਛੋਂ ਜਾ ਕੇ ਭੈਣ ਗੁੱਟ ਤੇ ਧਾਗਾ ਬੰਨ੍ਹਦੀ ਹੈ ਔਰ ਉਹਨੂੰ ਚੇਤਾ ਕਰਾਉਂਦੀ ਵੀ ਤੂੰ ਮੇਰਾ ਭਾਈ ਹੈ, ਤੂੰ ਮੇਰੀ ਰੱਖਿਆ ਕਰਨੀ ਹੈ। ਮਹਾਰਾਜ ਨੇ ਸਾਨੂੰ ਨਿਆਰਾਪਨ ਦਿੱਤਾ। ਗੁਰਸਿੱਖੋ, ਸਾਡੀ ਰਹਿਣੀ ਬਹਿਣੀ ਬਹੁਤ ਉੱਚੀ ਬਖਸ਼ਿਸ਼ ਕੀਤੀ ਹੈ। ਸਾਡੇ ਜੀਵਨ ਅੰਦਰ ਮਹਾਰਾਜ ਨੇ ਇਹ ਹਦਾਇਤਾਂ ਸਾਨੂੰ ਦਿੱਤੀਆਂ ਹਨ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ। ਸਾਡਾ ਜੀਵਨ ਇਵੇਂ ਦਾ ਹੈ ਵੀ ਕੱਲੀ ਸਕੀ ਭੈਣ ਜਿਹੜੀ ਆਪਣੀ ਹੋਵੇ ਉਹਦੀ ਹੀ ਰੱਖਿਆ ਨਹੀਂ ਕਰਨੀ। ਜੇ ਕੋਈ ਪਰਾਈ ਬੀਬੀ ਦੇ ਉੱਪਰ ਵੀ ਜ਼ੁਲਮ ਹੋ ਰਿਹਾ, ਕੋਈ ਉਹਦੇ ਨਾਲ ਧੱਕਾ ਕਰ ਰਿਹਾ, ਕਿਸੇ ਗੱਲ ਤੋਂ ਜ਼ੁਲਮ ਕਰਦਾ, ਜ਼ਬਰ ਕਰਦਾ ਹੈ, ਤਾਂ ਗੁਰੂ ਕਾ ਸਿੰਘ ਜਿਹੜਾ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਹੈ, ਉਹਦਾ ਇਹ ਫਰਜ਼ ਬਣਦਾ ਵੀ ਉਹਦੀ ਸਹਾਇਤਾ ਕਰੇ, ਉਹਦੀ ਪਤ ਨੂੰ ਬਚਾਵੇ, ਉਹਦੀ ਇੱਜ਼ਤ ਨੂੰ ਬਚਾਵੇ, ਬਰਕਰਾਰ ਰੱਖੇ। ਇਸ ਕਰਕੇ ਜੇ ਤਾਂ ਇਕੱਲੇ ਰਕਸ਼ਾ ਬੰਧਨ ਦੇ ਧਾਗੇ ਨਾਲ ਹੀ ਸਹਾਇਤਾ ਜਾਣੀਏ, ਫਿਰ ਤਾਂ ਸਕੀ ਭੈਣ ਦੀ ਸਹਾਇਤਾ ਬਣਦੀ ਹੈ, ਦੂਸਰਿਆਂ ਦੀ ਨਹੀਂ ਬਣਦੀ ਹੈ। ਪਰ ਸਾਡਾ ਇਤਿਹਾਸ ਕਹਿੰਦਾ ਵੀ ਜਦੋਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਅਬਦਾਲੀ ਵਰਗੇ ਚੱਕ ਕੇ ਲੈ ਜਾਂਦੇ ਸਨ
ਤਾਂ ਉਦੋਂ ਇਹ ਗੁਰੂ ਖਾਲਸਾਈ ਬੌੜਦਾ ਸੀ। ਇਹੀ ਜਾ ਕੇ ਪੱਤ ਦੇ ਸਮੇਤ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਵਿੱਚੋਂ ਵਾਪਸ ਲੈ ਕੇ ਆਉਂਦਾ ਸੀ। ਉਹਨਾਂ ਦੀ ਇੱਜ਼ਤ ਆਬਰੂ ਨੂੰ ਬਰਕਰਾਰ ਰੱਖਦਾ ਸੀ। ਇਸ ਕਰਕੇ ਸਾਨੂੰ ਤਾਂ ਮਹਾਰਾਜ ਨੇ ਖੂਨ ਵਿੱਚ ਇਹ ਬਖਸ਼ਿਸ਼ਾਂ ਕੀਤੀਆਂ। ਇਹ ਰੁਤਬੇ ਮਹਾਰਾਜ ਨੇ ਦਿੱਤੇ ਹੈ ਵੀ ਸਭ ਦੇ ਸਹਾਈ ਹੋਣਾ, ਸਭ ਦੀ ਰੱਖਿਆ ਕਰਨੀ ਖਾਲਸੇ ਨੇ। ਦੂਸਰੀ ਗੱਲ, ਜਿਹੜਾ ਅੰਮ੍ਰਿਤਧਾਰੀ ਬੀਬੀ ਰੱਖੜੀ ਲੈ ਕੇ ਜਾਵੇ ਔਰ ਰੱਖੜੀ ਬੰਨ੍ਹ ਕੇ ਕਵੇ ਤੂੰ ਮੇਰੀ ਸਹਾਇਤਾ ਕਰੀ, ਇਹ ਗੱਲ ਸ਼ੋਭਦੀ ਨਹੀਂ ਹੈ। ਉਹਦੀ ਰੱਖਿਆ ਜਿਨ੍ਹੇ ਅੰਮ੍ਰਿਤ ਛਕਿਆ ਹੋਇਆ ਖੰਡੇ ਬਾਟੇ ਦੀ ਪਾਹੁਲਤਾ ਧਾਰਨੀ ਹੈ, ਉਹਦੀ ਰੱਖਿਆ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਦੇ ਹਨ। ਉਹਦੇ ਆਪ ਸਤਿਗੁਰੂ ਸਹਾਈ ਹੁੰਦੇ। ਮਹਾਰਾਜ ਨੇ ਕਿਹਾ ਨਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਉਹਨਾਂ ਚਿਰ ਸਾਰਾ ਤੇਜ ਪ੍ਰਤਾਪ ਹੀ ਸਾਡਾ ਖਾਲਸੇ ਵੱਲ ਹੈ, ਜਿੰਨਾ ਚਿਰੇ ਤਿਆਰ ਬਰ ਤਿਆਰ ਰਹਿਣਗੇ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਪੰਡਤਾਂ ਵਾਲੇ ਬਾਹਮਣਾਂ ਵਾਲੇ ਕੰਮ ਕਰੋਗੇ, ਉਸ ਸਮੇਂ ਮਹਾਰਾਜ ਕਹਿੰਦੇ ਖਾਲਸੇ ਦੀ ਰਹੋ ਰੀਤੀ ਛੱਡ ਕੇ, ਮਰਿਆਦਾ ਛੱਡ ਕੇ ਦੂਸਰੇ ਪਾਸੇ ਜਾਓਗੇ, ਫਿਰ ਅਸੀਂ ਤੁਹਾਡੀ ਬਾਤ ਨਹੀਂ ਪੁੱਛਾਂਗੇ। ਇਸ ਲਈ ਗੁਰੂ ਖਾਲਸਾ ਜੀ ਇਸ ਮਤ ਨੂੰ ਤਿਆਗ ਕੇ ਗੁਰਮਤ ਦੇ ਅਨੁਕੂਲ ਜੀਵਨ ਨੂੰ ਗੁਜ਼ਾਰਨ ਦਾ ਯਤਨ ਕਰਿਆ ਕਰੋ। ਰੱਖੜੀ ਦੇ ਉੱਪਰ ਕਈ ਬੀਬੀਆਂ ਗੁਰਦੁਆਰਾ ਸਾਹਿਬ ਆ ਕੇ, ਆਮ ਪਿੰਡਾਂ ਵਿੱਚ ਜਿਹੜੇ ਗੁਰੂ ਘਰ ਹੁੰਦੇ ਆ, ਜਾ ਕੇ ਪੀੜਾ ਸਾਹਿਬ ਦੇ ਪਾਵਿਆਂ ਨਾਲ ਵੀ ਧਾਗੇ ਬੰਨ੍ਹ ਦਿੰਦੀਆਂ ਹਨ। ਨਿਸ਼ਾਨ ਸਾਹਿਬ ਦੇ ਨਾਲ ਵੀ ਧਾਗੇ ਬੱਧੇ ਹੁੰਦੇ ਐ। ਗੁਰੂ ਘਰ ਦੇ ਦਰਵਾਜ਼ਿਆਂ ਤੇ ਧਾਗੇ ਬੰਨ੍ਹ ਦਿੰਦੇ ਐ। ਕਿਉਂ ਭਾਈ? ਇਹ ਕਿਹੜੀ ਮੱਤ ਵਿੱਚ ਲਿਖਿਆ ਹੋਇਆ? ਇਹਨੂੰ ਛੱਡ ਦਿਓ। ਸਤਿਗੁਰੂ ਮਹਾਰਾਜ ਜੀ ਨੇ ਜੋ ਰਹਿਣੀ ਬਹਿਣੀ ਜੀਵਨ ਦਿੱਤਾ, ਉਹਦੇ ਅਨੁਕੂਲ ਚੱਲੀਏ। ਇੱਥੇ ਵੀ ਸਤਿਗੁਰੂ ਬਖਸ਼ਿਸ਼ ਕਰਦੇ ਹੈ ਨਾ, ਜਿਨੀ ਇੱਕ ਮਨ ਨਾਮ ਧਿਆਇਆ, ਗੁਰਮਤੀ ਵਿਚਾਰ। ਗੁਰੂ ਦੀ ਮੱਤ, ਗੁਰੂ ਸਾਹਿਬ ਦੀ ਵਿਚਾਰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਦਿਆਂ ਹੋਇਆਂ, ਜਿਨ੍ਹਾਂ ਗੁਰਸਿੱਖਾਂ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾਮ ਬਾਣੀ ਦੇ ਆਸਰੇ ਦੇ ਆਸ਼ੇ ਦੇ ਆਧਾਰ 'ਤੇ ਬਤੀਤ ਕੀਤਾ ਹੈ। ਗੁਰਸਿੱਖੋ, ਨਾਮ ਜ਼ਰੂਰ ਜਪਿਆ ਕਰੋ, ਨਿਤਨੇਮ ਜ਼ਰੂਰ ਕਰਿਆ ਕਰੋ ਜੀਵਨ ਦੇ ਅੰਦਰ। ਜਿਹੜਾ ਗੁਰਸਿੱਖ ਨਿਤਨੇਮੀ ਹੈ ਨਾ, ਪੱਕਾ ਸੱਤਾਂ ਬਾਣੀਆਂ ਦਾ ਪੱਕਾ ਨਿਤਨੇਮੀ, ਵੱਧ ਜਿੰਨਾ ਮਰਜ਼ੀ ਕਰ ਲਵੇ ਕੋਈ ਰੋਕ ਨਹੀਂ, ਪਰ ਸੱਤ ਬਾਣੀਆਂ ਦਾ ਨਿਤਨੇਮ ਗੁਰਸਿੱਖ ਨੇ ਜੀਵਨ ਵਿੱਚ ਜ਼ਰੂਰ ਕਰਨਾ, ਤਿਆਗਣਾ ਨਹੀਂ। ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਦਾ ਪਾਠ, ਅੰਮ੍ਰਿਤ ਵੇਲੇ ਦਾ ਨਿਤਨੇਮ, ਰਹਿਰਾਸ ਸਾਹਿਬ ਦਾ ਪਾਠ, ਸੋਦਰ ਸਮੇਂ ਸੰਧਿਆ ਵੇਲੇ ਦਾ ਨਿਤਨੇਮ, ਔਰ ਰੱਖਿਆ ਦੇ ਸ਼ਬਦਾਂ ਦੇ ਸਮੇਤ ਕੀਰਤਨ ਸੋਹਲੇ ਦਾ ਪਾਠ, ਰਾਤ ਨੂੰ ਸੌਣ ਵੇਲੇ ਦਾ ਨਿਤਨੇਮ। ਜਿਹੜਾ ਗੁਰਸਿੱਖ ਦਿਨ ਦੀ ਸ਼ੁਰੂਆਤ ਗੁਰਬਾਣੀ ਦਾ ਆਸਰਾ ਲੈ ਕੇ ਕਰ ਰਿਹਾ, ਰਾਤ ਦੀ ਸਮਾਪਤੀ, ਦਿਨ ਦੀ ਸਮਾਪਤੀ, ਰਾਤ ਦੀ ਸ਼ੁਰੂਆਤ ਫਿਰ ਗੁਰਬਾਣੀ ਦਾ ਆਸਰਾ ਲੈ ਕੇ ਕਰਦਾ, ਉਹਦੇ ਗੁਰੂ ਨਾਨਕ ਸਾਹਿਬ ਕਿਉਂ ਨਾ ਸਹਾਈ ਹੋਣਗੇ। ਮਹਾਰਾਜ ਤਾਂ ਬਾਣੀ ਵਿੱਚ ਕਹਿੰਦੇ ਹੈ ਨਾ ਵੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਸ ਗੁਰਸਿੱਖ ਮਾਈ ਭਾਈ ਦੇ ਹਿਰਦੇ ਵਿੱਚ ਇਹ ਬਾਣੀ ਵਸ ਜਾਵੇ, ਇਹ ਨਿਤਨੇਮ ਵਸ ਜਾਵੇ, ਜਿਹੜਾ ਜੀਵਨ ਵਿੱਚ ਨਿਤਨੇਮੀ ਪੱਕਾ ਹੋ ਜਾਵੇ, ਮਹਾਰਾਜ ਉਹਦੀ ਜੈ ਜੈਕਾਰ ਕਰਵਾ ਦਿੰਦੇ ਆ, ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ। ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕੌਮ ਯਾਦ ਕਰਦੀ ਹੈ। ਕਿਉਂ ਕਰਦੀ? ਸਿਰਫ ਇਸ ਕਰਕੇ ਕਿਉਂਕਿ ਬਾਣੀ ਦੇ ਧਾਰਨੀ ਸਨ, ਨਿਤਨੇਮੀ ਸਨ, ਜੀਵਨ ਵਿੱਚ ਬੰਦਗੀ ਕੀਤੀ ਹੈ, ਸੇਵਾ ਕੀਤੀ ਹੈ, ਖਾਲਸਿਆਂ ਵਾਲਾ ਜੀਵਨ ਗੁਜ਼ਾਰਿਆ ਹੈ।
ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਸਿੱਖ ਸੰਗਤਾਂ ਯਾਦ ਕਰਦੀਆਂ। ਕਾਰਨ ਇਹ ਹੈ ਬੰਦਗੀ ਦੇ ਧਾਰਨੀ ਸਨ, ਨਿਤਨੇਮੀ ਸਨ, ਬੰਦਗੀ ਕਮਾਈ ਹੈ ਰੱਬ ਦੀ। ਇਸ ਕਰਕੇ ਜਿੰਨੇ ਵੀ ਸੰਤ ਮਹਾਂਪੁਰਖ ਵੇਖ ਲਓ, ਜਿੰਨੇ ਵੀ ਰੱਬ ਦਾ ਨਾਮ ਜਪਿਆ, ਉਹਨੂੰ ਦੁਨੀਆ ਤੋਂ ਗਏ ਨੂੰ ਭਾਵੇਂ ਕਿੰਨਾ ਵੀ ਸਮਾਂ ਹੋ ਗਿਆ, ਪਰ ਉਹ ਅੱਜ ਵੀ ਯਾਦ ਹੈ। ਅੱਜ ਵੀ ਲੋਕ ਉਹਨੂੰ ਝੁਕ ਕੇ ਦਰਸ਼ਨ ਦੀਦਾਰ ਕਰਨ ਵੇਲੇ ਝੁਕ ਕੇ ਉਹਨੂੰ ਸਲਾਮ ਕਰਦੇ ਹੈ। ਕਾਰਨ ਇਹ ਹੈ ਵੀ ਰੱਬ ਦੀ ਉਸਤਤ ਕੀਤੀ ਹੈ। ਇਸ ਲਈ ਇਹ ਯਾਦ ਰੱਖੋ, ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੇਗਾ, ਸਤਿਗੁਰੂ ਮਹਾਰਾਜ ਉਹਨੂੰ ਸਾਰੀ ਦੁਨੀਆ ਵਿੱਚ ਹੀ ਉੱਚਾ ਕਰ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਕਰੋ, ਕਿਸੇ ਹੋਰ ਕੋਲ ਜਾ ਕੇ ਨਾ ਕੁਝ ਮੰਗਿਆ ਕਰੋ। ਸਤਿਗੁਰੂ ਜੀ ਦੇ ਦਰ ਤੋਂ ਬਿਨਾ ਹੋਰ ਕਿਤੇ ਜਾ ਕੇ ਅਰਦਾਸ ਕਰਨੀ ਸਿੱਖ ਨੂੰ ਸ਼ੋਭਾ ਨਹੀਂ ਦਿੰਦੀ। ਜਿਹਦਾ ਆਪਣਾ ਪਿਤਾ ਸ਼ਾਹੂਕਾਰ ਬਾਦਸ਼ਾਹ ਹੋਵੇ, ਉਹ ਪੁੱਤਰ ਦੂਜੇ ਆਂਢੀਆਂ ਗਵਾਂਢੀਆਂ ਤੋਂ ਮੰਗਦਾ ਫਿਰੇ, ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਸ਼ੋਭਾ ਨਹੀਂ ਪਾਉਂਦੀਆਂ ਹਨ। ਸਾਡੇ ਪਿਤਾ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਿਨਸ਼ਾਹ ਹਨ, ਬਾਦਸ਼ਾਹ ਹਨ, ਰਾਜਿਆਂ ਦੇ ਰਾਜੇ ਹੈ, ਮਹਾਰਾਜਿਆਂ ਦੇ ਮਹਾਰਾਜੇ ਹਨ। ਇਸ ਲਈ ਅਸੀਂ ਉਹਨਾਂ ਦੇ ਧੀ ਪੁੱਤਰ ਬਣ ਕੇ ਸਤਿਗੁਰੂ ਜੀ ਤੋਂ ਹੀ ਮੰਗਿਆ ਕਰੀਏ, ਸਤਿਗੁਰੂ ਜੀ ਦਾ ਹੀ ਓਟ ਆਸਰਾ ਲਿਆ ਕਰੀਏ। ਇਸ ਤਰ੍ਹਾਂ ਗੁਰੂ ਦੀ ਮੱਤ ਲੈ ਕੇ, ਗੁਰੂ ਸਾਹਿਬ ਦੀ ਮਰਿਆਦਾ ਦੇ ਵਿੱਚ ਰਹਿ ਕੇ ਜੋ ਜੀਵਨ ਦਿੱਤਾ, ਉਹਦੇ ਅਨੁਸਾਰ ਚੱਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਦਾ ਨਾਮ ਜਪਿਆ ਕਰੀਏ। ਕੱਲਾ ਇਹ ਨਾ ਹੋਵੇ ਵੀ ਗੁਟਕਾ ਸਾਹਿਬ ਲੈ ਕੇ ਬੈਠਾ, ਨਾਲੇ ਪੌੜੀਆਂ ਗਿਣੀ ਜਾਂਦਾ, ਨਾਲੇ ਟਾਈਮ ਪੀਸ ਵੱਲ ਵੇਂਦਾ ਵੀ ਕਦੋਂ ਸਮਾਂ ਹੋਵੇਗਾ। ਇਹ ਗਿਣਤੀਆਂ ਮਿਣਤੀਆਂ ਹੀ ਨਾ ਰਹਿ ਜਾਣ। ਨਿਤਨੇਮ ਦੀਆਂ ਬਾਣੀ ਪੜ੍ਹਨ ਵੇਲੇ ਵੀ ਇੰਨੀਆਂ ਬਾਣੀਆਂ ਪੜ੍ਹ ਲਈਆਂ ਜਾਂ ਇਹਨਾਂ ਜਪ ਅਭਿਆਸ ਕਰ ਲਿਆ, ਨਹੀਂ ਗੁਰਸਿੱਖੋ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਲੱਗਿਆ ਇੱਕ ਮਨ ਇੱਕ ਚਿੱਤ ਹੋ ਜਾਇਆ ਕਰੀਏ। ਤੇ ਜਦੋਂ ਨਿਤਨੇਮ ਕਰਕੇ ਅਰਦਾਸ ਕਰੀਏ ਨਾ, ਗਿਣ ਕੇ ਨਾ ਦਸੀਏ ਮੈਂ ਇੰਨਾ ਪਾਠ ਕੀਤਾ ਹੈ। ਸਤਿਗੁਰੂ ਅੱਗੇ ਕਿਹਾ ਕਰੀਏ, ਮਹਾਰਾਜ ਜੀ ਆਪ ਜੀ ਦਾ ਤਰਸ ਹੋਇਆ, ਆਪ ਜੀ ਨੇ ਕਿਰਪਾ ਕਰਕੇ ਜਿੰਨਾ ਵੀ ਜਾਪ ਕਰਵਾਇਆ ਤੁਸੀਂ ਜਾਣਦੇ ਹੋ, ਰਹਿਮਤ ਕਰਿਓ, ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਿਓ। ਇਹ ਗੁਰੂ ਦੀ ਮੱਤ ਹੈ। ਗੁਰੂ ਸਾਹਿਬ ਦੇ ਭੈ ਵਿੱਚ ਚੱਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰਾਂ ਦਾ ਨਾਮ ਜਿਨ੍ਹਾਂ ਨੇ ਜਪਿਆ, ਗੁਰੂ ਦੀ ਮੱਤ ਵਿਚਾਰ ਲਈ ਹੈ ਜਿਨ੍ਹਾਂ ਗੁਰਸਿੱਖਾਂ ਨੇ। ਤਿਨ ਕੇ ਮੁਖ ਸਦ ਉਜਲੇ, ਤਿਤ ਸੱਚਾ ਦਰਬਾਰ। ਮਹਾਰਾਜ ਉਹਨਾਂ ਤੇ ਬਖਸ਼ਿਸ਼ ਕਿਹੜੀ ਹੁੰਦੀ ਹੈ ਜਿਹੜੇ ਗੁਰੂ ਦੀ ਮੱਤ ਲੈ ਕੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਦੇ ਹਨ। ਕੁਝ ਤਾਂ ਪ੍ਰਾਪਤ ਹੁੰਦਾ ਹੀ ਹੋਵੇਗਾ, ਤਾਂ ਹੀ ਤੁਸੀਂ ਜਪਣ ਨੂੰ ਕਿਹਾ। ਤਾਂ ਇਸ ਪੰਕਤੀ ਅੰਦਰ ਮਹਾਰਾਜ ਫਿਰ ਜਵਾਬ ਬਖਸ਼ਦੇ ਹੈ, ਤਿਨ ਕੇ ਮੁਖ ਸਾਧੇ ਉਜਲੇ। ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਦੇ ਮੁਖ ਸਦਾ ਹੀ ਉਜਲੇ ਹੋ ਜਾਂਦੇ ਹਨ। ਬਾਣੀ ਵਿੱਚ ਰੋਜ਼ ਪੜ੍ਹਦੇ ਹੋ ਨਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਜੀਵਨ ਵਿੱਚ ਰਹਿੰਦਿਆਂ ਹੋਇਆਂ ਸੇਵਾ ਕਰਦੇ ਆ ਨਾ, ਨਾਮ ਜਪਦੇ, ਬਾਣੀ ਦੇ ਆਸਰੇ ਦੇ ਆਧਾਰ ਤੇ ਚੱਲਦੇ ਹਨ, ਗੁਰਬਾਣੀ ਨੂੰ ਹੀ ਮੁੱਖ ਰੱਖਦੇ ਹੈ, ਗੁਰੂ ਦੀ ਮੱਤ ਨੂੰ ਹੀ ਮੁਖੀ ਬਣਾ ਕੇ ਰੱਖਦੇ ਹਨ। ਜਿਨ੍ਹਾਂ ਕੋਈ ਕਮਾਈ ਕੀਤੀ ਹੈ, ਨਾਮ ਬਾਣੀ ਦਾ ਧਨ ਜੋੜਿਆ ਹੈ, ਉਹਨਾਂ ਗੁਰਸਿੱਖਾਂ ਦੇ ਮੁੱਖ ਸਦ ਉਜਲੇ ਹੋ ਜਾਂਦੇ ਹਨ। ਜਿੰਨਾ ਚਿਰ ਸੰਸਾਰ ਵਿੱਚ ਰਹਿੰਦੇ ਹੈ, ਸਰੀਰ ਕਰਕੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹੈ, ਉਹਨਾਂ ਨੂੰ ਸਤਿਕਾਰ ਦੇ ਕੇ ਪੂਜਦੇ ਹਨ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਖ ਜਿੰਨਾ ਚਿਰ ਸਰੀਰ ਕਰਕੇ ਰਹੇ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਸਿੰਘਾਂ ਦੇ ਵਿੱਚ ਇਹ ਬਚਨ ਆਮ ਕਰਿਆ ਕਰਦੇ ਸਨ, ਸਿੰਘੋ ਤੁਰਿਆ ਫਿਰਦਾ ਰੱਬ ਹੈ ਧਰਤੀ ਦੇ ਉੱਪਰ।
ਇੰਨੀ ਸਤਿਕਾਰਤ ਹਸਤੀ ਸੀ ਮਹਾਂਪੁਰਖਾਂ ਦੀ। ਕੋਈ ਵੀ ਮਹਾਂਪੁਰਖ ਹੈ ਜਿਨ੍ਹੇ ਬੰਦਗੀ ਕੀਤੀ ਹੈ ਜੀਵਨ ਵਿੱਚ, ਜਿਨ੍ਹੇ ਨਾਮ ਜਪਿਆ, ਅਭਿਆਸ ਕੀਤਾ, ਸਤਿਗੁਰੂ ਦੀ ਮੱਤ ਲਈ ਹੈ, ਉਹ ਜਿੰਨਾ ਚਿਰ ਜ਼ਿੰਦਗੀ ਵਿੱਚ ਰਹਿੰਦਾ ਨਾ ਸਰੀਰ ਕਰਕੇ, ਉਹਨਾਂ ਚਿਰ ਵੀ ਉਹਦਾ ਮੁਖ ਉਜਲਾ ਰਹਿੰਦਾ, ਸਤਿਕਾਰ ਰਹਿੰਦਾ ਸੰਸਾਰ ਦੇ ਅੰਦਰ। ਲੋਕ ਇੱਜ਼ਤ ਕਰਦੇ ਹੈ, ਪੂਜਦੇ ਹਨ। ਔਰ ਜਦੋਂ ਸੰਸਾਰ ਨੂੰ ਛੱਡ ਕੇ ਸੱਚਖੰਡ ਨੂੰ ਉਹ ਚਲੇ ਜਾਂਦੇ ਹੈ, ਫਿਰ ਪਰਲੋਕ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ। ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਉਥੇ ਵੀ ਧਰਮਰਾਜ ਇਹ ਨਹੀਂ ਕਹਿੰਦਾ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਤੂੰ ਤਾਂ ਜਨਮ ਗਵਾ ਕੇ ਆਇਆ, ਤੈਨੂੰ ਸਜ਼ਾ ਮਿਲਣੀ ਨਹੀਂ। ਉੱਥੇ ਆਸਣ ਛੱਡ ਕੇ ਉਸ ਮਹਾਂਪੁਰਖ ਦਾ ਸਤਿਕਾਰ ਕਰਦਾ ਹੈ ਵੀ ਰੱਬ ਦਾ ਨਾਮ ਜਪਣ ਵਾਲਾ ਪਿਆਰਾ ਆਇਆ ਹੈ। ਇਸ ਲਈ ਭਾਈ ਤਿੰਨ ਕੇ ਮੁਖ ਸਾਦੇ ਉਜਲੇ, ਸਦਾ ਹੀ ਉਜਲੇ ਹੋ ਜਾਂਦੇ ਉਹਨਾਂ ਦੇ ਮੁਖੜੇ। ਉਹਨਾਂ ਦੇ ਬਚਨ ਵੀ ਪਾਕ ਹੋ ਜਾਂਦੇ ਹੈ, ਰਸਨਾ ਤੋਂ ਬੋਲ ਬੋਲਦੇ ਹੈ, ਪਵਿੱਤਰ ਸ਼ਬਦ ਨਿਕਲਦੇ ਹਨ, ਪਵਿੱਤਰ ਵਿਚਾਰ ਸੁਣਾਉਂਦੇ ਹਨ। ਤਿਤ ਸੱਚੇ ਦਰਬਾਰ, ਉਸ ਸੱਚੇ ਦੇ ਦਰਬਾਰ ਵਿੱਚ, ਦਰਬਾਰ ਤਾਂ ਬਹੁਤ ਹੋਣਗੇ ਸੰਸਾਰ ਅੰਦਰ, ਬਹੁਤ ਦਰਬਾਰ ਸਜਦੇ ਰਹੇ ਐ, ਸਜਦੇ ਹੋਣਗੇ, ਸਜਦੇ ਰਹਿਣਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਰਗਾ ਪਾਕ ਤੇ ਉੱਚਾ ਸੁੱਚਾ ਦਰਬਾਰ ਕੋਈ ਨਹੀਂ ਹੈ। ਜਿੱਡਾ ਇਹ ਪਵਿੱਤਰ ਪਾਕ ਹੈ, ਮਹਾਰਾਜ ਦੇ ਬਚਨ ਨੇ ਨਾ, ਮਹਾਰਾਜ ਜੀ ਦੇ ਘਰ ਦੇ ਪੁਰਥਾਏ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਭਾਵੇਂ ਬਚਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਖਾਤਬ ਕਰਕੇ ਆਪਾਂ ਪੜ੍ਹਦੇ ਹਾਂ, ਪਰ ਹੈ ਤਾਂ ਮਹਾਰਾਜ ਦਾ ਦਰਬਾਰ ਹੀ ਨਾ ਉਹ ਵੀ, ਇਹ ਵੀ ਦਰਬਾਰ ਹੈ। ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਗੁਰੂ ਗ੍ਰੰਥ ਸਾਹਿਬ ਦਾ ਦਰਬਾਰ, ਮਹਾਰਾਜ ਜੀ ਦੇ ਘਰ ਦਾ ਸਥਾਨ ਅਤ ਕਰਕੇ ਬਹੁਤ ਜ਼ਿਆਦਾ ਹੀ ਉੱਚਾ ਹੈ। ਇੰਨਾ ਉੱਚਾ, ਇੰਨਾ ਪਾਕ, ਇੰਨਾ ਪਵਿੱਤਰ ਹੈ ਜਿਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸ ਕਰਕੇ ਐਸੇ ਪਾਕ ਔਰ ਪਵਿੱਤਰ ਦਰਬਾਰ ਦੇ ਅੰਦਰ ਵੀ ਉਹਨਾਂ ਦੇ ਮੁਖ ਸਦਾ ਉਜਲੇ ਹੋ ਜਾਂਦੇ ਹਨ। ਦੁਨੀਆ ਵਿੱਚ ਰਹੀਏ ਨਾ, ਸੰਸਾਰ ਵਿੱਚ ਫਿਰਦੇ ਹੋਈਏ, ਗੁਨਾਹ ਵੀ ਕੀਤੇ ਹੁੰਦੇ ਹੈ, ਝੂਠ ਵੀ ਬੋਲਦੇ ਅਸੀਂ, ਨਿੰਦਿਆ ਚੁਗਲੀ ਵੀ ਕਰੀਦੀ ਹੈ, ਫਿਰ ਵੀ ਪਹਿਰਾਵਾ ਬੜਾ ਸੋਹਣਾ ਪਾ ਕੇ, ਲਿਸ਼ਕ ਪੁੱਛ ਕੇ, ਆਪਣੇ ਆਪ ਨੂੰ ਲੇਪਾ ਪੋਚੀ ਕਰਕੇ ਦੁਨੀਆ ਦੇ ਸਾਹਮਣੇ ਜਦੋਂ ਕਿਸੇ ਨਾਲ ਗੱਲ ਕਰੀਦੀ ਹੈ ਤਾਂ ਉਹਦੇ ਸਾਹਮਣੇ ਆਪਣੇ ਆਪ ਨੂੰ ਬੜਾ ਸਾਫ਼ ਮਹਿਸੂਸ ਕਰਵਾਈਦਾ ਵੀ ਮੇਰੇ ਵਰਗਾ ਸੱਚਾ ਤੇ ਸੁੱਚਾ ਇਨਸਾਨ ਕੋਈ ਨਹੀਂ ਹੈ। ਪਰ ਜਿਹੜਾ ਝੂਠਾ ਬੰਦਾ ਨਾ, ਝੂਠ ਬੋਲਦਾ, ਨਿੰਦਿਆ ਕਰਦਾ, ਮਨਮੁਖਾਂ ਵਾਲੇ ਕਰਮ ਕਰਦਾ ਹੈ, ਉਹ ਦੁਨੀਆ ਨੂੰ ਤਾਂ ਬੁੱਧੂ ਬਣਾ ਸਕਦਾ, ਲੋਕਾਂ ਸਾਹਮਣੇ ਤਾਂ ਕਹਿ ਸਕਦਾ ਮੈਂ ਬਹੁਤ ਸੱਚਾ, ਮੈਂ ਬਹੁਤ ਸਾਫ਼ ਸੁਥਰਾ ਹਾਂ, ਪਰ ਜਦੋਂ ਮਹਾਰਾਜ ਜੀ ਦੇ ਦਰਬਾਰ ਵਿੱਚ ਆਵੇਗਾ, ਇੱਥੇ ਆਣ ਕੇ ਸਾਰੀ ਹੀ ਸੱਚਾਈ ਸਾਹਮਣੇ ਆ ਜਾਂਦੀ। ਮਨ ਅੰਦਰੋਂ ਆਵਾਜ਼ ਹੀ ਨਹੀਂ ਦਿੰਦਾ ਵੀ ਇੱਥੇ ਕਹਾਂ ਮੈਂ ਬੜਾ ਸੁੱਚਾ ਤੇ ਬੜਾ ਸਾਫ਼ ਹਾਂ। ਜਿਹੜਾ ਸੱਚੀ ਸੁੱਚਾ ਹੋਵੇਗਾ, ਨਾਮ ਬਾਣੀ ਦਾ ਧਾਰਨੀ ਹੋਵੇਗਾ, ਨਿਤਨੇਮੀ ਹੋਵੇਗਾ, ਰਹਿਤ ਮਰਿਆਦਾ ਵਿੱਚ ਪਰਪੱਕ ਹੋਵੇਗਾ, ਸ਼ੁਭ ਗੁਣਾਂ ਦਾ ਧਾਰਨੀ ਹੋਵੇਗਾ, ਉਹਨੂੰ ਦੁਨੀਆ ਵਿੱਚ ਵੀ ਸਾਬਤ ਕਰਨ ਦੀ ਲੋੜ ਨਹੀਂ ਪਵੇਗੀ ਮੈਂ ਬੜਾ ਸੁੱਚਾ ਤੇ ਸੱਚਾ ਇਨਸਾਨ ਹਾਂ। ਆਪਣੇ ਆਪ ਹੀ ਮਹਾਰਾਜ ਉਹਦੀ ਸ਼ੋਭਾ ਕਰਵਾ ਦਿੰਦੇ। ਤੇ ਜਦੋਂ ਇਸ ਦਰਬਾਰ ਵਿੱਚ ਆਵੇਗਾ, ਇੱਥੇ ਵੀ ਫਿਰ ਮਹਾਰਾਜ ਉਹਨੂੰ ਸੱਚੇ ਸੁੱਚੇ ਨੂੰ ਪ੍ਰਵਾਨ ਕਰ ਲੈਂਦੇ, ਉਹਦੀ ਇੱਥੇ ਵੀ ਸ਼ੋਭਾ ਕਰਵਾ ਦਿੰਦੇ ਹਨ। ਇਸ ਤਰ੍ਹਾਂ ਤਿੰਨ ਕੇ ਮੁਖ ਸਾਧੇ ਉਜਲੇ, ਤਿਤ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ, ਉਹਦੇ ਘਰ ਦੇ ਅੰਦਰ ਉਹਨਾਂ ਦੇ ਮੁਖ ਭਾਈ ਸਦਾ ਸਦਾ ਉਜਲੇ ਹੋ ਜਾਂਦੇ ਐ। ਓਏ ਅੰਮ੍ਰਿਤ ਪੀਵਹਿ ਸਦਾ ਸਦਾ, ਸੱਚੇ ਨਾਮ ਪਿਆਰ। ਉਹ ਨਾਮ ਨਾਲ ਪਿਆਰ ਕਰਦੇ ਐ ਗੁਰਸਿੱਖ।
ਉਹਨਾਂ ਨੂੰ ਕੋਈ ਕਵੇ ਨਾ ਚੱਲ ਤੇਰਾ ਦੁੱਖ ਨਹੀਂ ਮਿਟ ਰਿਹਾ, ਤੈਨੂੰ ਫਲਾਣੇ ਬਾਬੇ ਕੋਲੋਂ ਧਾਗਾ ਤੇ ਤਵੀਤ ਬਣਵਾ ਕੇ ਦਵਾਂ, ਕੋਈ ਮੰਤਰ ਲੈ ਕੇ ਦੇਣਾ, ਬੜਾ ਕਰਾਮਾਤੀ ਹੈ, ਮੰਤਰ ਜਪਦਿਆਂ ਹੀ ਤੂੰ ਠੀਕ ਹੋ ਜਾਵੇਂਗਾ। ਜਿਹੜਾ ਨਾਮ ਦੇ ਵਿੱਚ ਰੰਗਿਆ ਹੋਇਆ ਗੁਰਸਿੱਖ ਉਹ ਕਹਿੰਦਾ ਨਹੀਂ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹਦਾ ਇਹ ਨਿਸ਼ਚਾ ਹੁੰਦਾ, ਇਹ ਭਰੋਸਾ ਹੁੰਦਾ, ਮੈਨੂੰ ਜ਼ਰੂਰਤ ਹੀ ਨਹੀਂ ਕਿਸੇ ਹੋਰ ਤੋਂ ਨਾਮ ਲੈਣ ਦੀ, ਕਿਸੇ ਹੋਰ ਤੋਂ ਮੰਤਰ ਲੈਣ ਦੀ, ਧਾਗੇ ਤਵੀਤ ਲੈਣ ਦੀ। ਮੇਰੇ ਸਤਿਗੁਰੂ ਮਹਾਰਾਜ ਪ੍ਰਤੱਖ ਨੇ, ਹਾਜ਼ਰ ਨੇ ਤੇ ਸਮਰੱਥ ਹਨ। ਇਸ ਲਈ ਮੈਂ ਥਾਂ ਥਾਂ ਤੇ ਜਾ ਕੇ ਕਿਉਂ ਅਰਦਾਸ ਕਰਾਂ, ਕਿਉਂ ਮੰਗਾਂ? ਮੇਰਾ ਦੁੱਖ ਕੱਟਣ ਵਾਲੇ ਤਾਂ ਮੇਰੇ ਸਤਿਗੁਰੂ ਹਨ, ਉਹਨਾਂ ਦਾ ਇਹ ਕਰਤਾ ਪੁਰਖ ਖਲੋਵਾ ਤਾਂ ਵਾਲ ਨਾ ਵਿੰਗਾ ਹੋਵਾ। ਜਿਨ੍ਹਾਂ ਗੁਰਸਿੱਖਾਂ ਦੇ ਕਾਰਜਾਂ ਵਿੱਚ, ਜੀਵਨ ਦੇ ਵਿੱਚ ਕਰਤਾ ਪੁਰਖ ਅਕਾਲ ਪੁਰਖ ਸਤਿਗੁਰੂ ਆਪ ਆ ਕੇ ਸਹਾਈ ਹੋ ਜਾਣ, ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਭਾਈ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ। ਲੱਖਾਂ ਦੁਸ਼ਮਣ ਵੀ ਉਹਨਾਂ ਦਾ ਕੁਝ ਵਿਗਾੜਨਾ ਚਾਹੁੰਦੇ ਹੋਣ ਨਾ, ਕੁਝ ਨਹੀਂ ਵਿਗਾੜ ਸਕਦੇ ਜੇ ਸਤਿਗੁਰੂ ਉਹਨਾਂ ਦੇ ਸਹਾਈ ਹੋਣ। ਬਾਣੀ ਨੂੰ ਪੜ੍ਹੀਏ ਤਾਂ ਸਹੀ, ਐਵੇਂ ਡਾਵਾਡੋਲ ਹੋ ਜਾਂਦੇ, ਮਿੰਟੋ ਮਿੰਟੀ ਵੀ ਪਤਾ ਨਹੀਂ ਹੁਣ ਕੀ ਹੋ ਜਾਵੇਗਾ, ਫਲਾਣਾ ਕੀ ਮੰਤਰ ਮਾਰ ਦੇਵੇਗਾ। ਮਹਾਰਾਜ ਤਾਂ ਇੱਥੋਂ ਤੱਕ ਬਾਣੀ ਵਿੱਚ ਬਿਆਨ ਕਰ ਦਿੱਤਾ, ਸਤਿਗੁਰੂ ਕਹਿੰਦੇ ਜਿਸ ਕੇ ਸਾਸ ਨਾ ਕੱਢ ਤੇ ਆਪ ਤਾ ਕਉ ਰਾਖਤ ਦੇ ਕਰ ਹਾਥ। ਜਿਹਨੂੰ ਮਹਾਰਾਜ ਨੇ ਬਚਾਉਣਾ ਹੋਵੇ ਨਾ, ਜਿਹਦੇ ਸਵਾਸ ਉਹ ਨਾ ਕੱਢੇ, ਦੁਨੀਆ ਸਾਰੀ ਇੱਕ ਪਾਸੇ ਹੋ ਜ਼ੋਰ ਲਾ ਲਵੇ ਵੀ ਇਹਦੇ ਸਵਾਸ ਮੁਕਾ ਦਈਏ, ਜਿੰਨਾ ਚਿਰ ਗੁਰੂ ਨੂੰ ਨਾ ਭਾਵੇ, ਜਿੰਨਾ ਚਿਰ ਸਤਿਗੁਰੂ ਸਹਾਈ ਹਨ, ਉਹਨਾਂ ਚਿਰ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ, ਕੁਝ ਨਹੀਂ ਵਿਗਾੜ ਸਕਦਾ। ਤੇ ਦੂਜੇ ਪਾਸੇ ਨਾਲ ਹੀ ਇਹ ਵੀ ਕਿਹਾ ਹੈ, ਜੇ ਕੋਈ ਮਰਦੇ ਹੋਏ ਨੂੰ ਬਚਾਉਣ ਦਾ ਯਤਨ ਕਰੇ ਵੀ ਮੈਂ ਇਹਨੂੰ ਬਚਾ ਲਵਾਂਗਾ, ਵੱਡੇ ਤੋਂ ਵੱਡਾ ਡਾਕਟਰ, ਵੱਡੇ ਤੋਂ ਵੱਡਾ ਵੈਦ ਹਕੀਮ, ਕੋਈ ਬਾਬਾ ਦੇਹਧਾਰੀ ਗੁਰੂ ਬਣਿਆ ਬੈਠਾ ਕੋਈ ਵੀ ਹੋਵੇ, ਜੇ ਉਹ ਦਾਅਵਾ ਕਰਦਾ ਹੋਵੇ ਵੀ ਮੈਂ ਇਹਨੂੰ ਬਚਾ ਲਵਾਂਗਾ, ਮਹਾਰਾਜ ਕਹਿੰਦੇ ਯਾਦ ਰੱਖੋ, ਜੇ ਗੁਰੂ ਘਰੋਂ ਗੁਰੂ ਸਾਹਿਬ ਵੱਲੋਂ ਦੀ ਔਧ ਪੂਰੀ ਹੋ ਗਈ ਨਾ, ਦਿੱਤੇ ਸਵਾਸ, ਉਹਨੂੰ ਫਿਰ ਕੋਈ ਨਹੀਂ ਰੱਖ ਸਕਦਾ। ਜਿਸ ਕੀ ਬੁਝੈ ਔਧ ਤਿਸੈ ਕੌਣ ਰਾਖਈ। ਕੋਈ ਹੈਗਾ ਇਹੋ ਜਿਹਾ ਜਿਹੜਾ ਬਚਾ ਲਵੇ। ਇਸ ਲਈ ਭਾਈ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਇਹ ਨਿਸ਼ਚਾ ਰੱਖਣਾ ਗੁਰਸਿੱਖ ਨੇ ਸਦਾ, ਹੋਰ ਕੋਈ ਨਹੀਂ ਦਾਤ ਦੇਣ ਵਾਲਾ ਸਾਨੂੰ। ਕਿਸੇ ਬੰਦੇ ਦਾ ਓਟ ਆਸਰਾ, ਕਿਸੇ ਦੀ ਓਟ ਤੱਕ ਕੇ ਕਹਿਣਾ ਫਲਾਣਾ ਮੇਰੇ ਨਾਲ ਖੜਾ ਮੇਰੀ ਸਹਾਇਤਾ ਕਰੇਗਾ, ਨਹੀਂ। ਜਿੰਨਾ ਚਿਰ ਸਤਿਗੁਰੂ ਸਹਾਈ ਨੇ ਉਹਨਾਂ ਚਿਰ ਤਾਂ ਜੈ ਜੈਕਾਰ ਹੈ, ਕਿਸੇ ਦੀ ਪਰਵਾਹ ਨਹੀਂ। ਜੇ ਅਸੀਂ ਕਹੀਏ ਵੀ ਨਿਤਨੇਮ ਛੱਡ ਕੇ, ਬਾਣੀ ਛੱਡ ਕੇ, ਸੇਵਾ ਛੱਡ ਕੇ, ਗੁਰੂ ਘਰ ਦਾ ਓਟ ਆਸਰਾ ਛੱਡ ਕੇ ਤੇ ਕਿਸੇ ਬੰਦੇ ਤੋਂ ਓਟ ਲਾ ਲਈਏ ਵੀ ਇਹ ਸਾਡੀ ਰੱਖਿਆ ਕਰੇਗਾ, ਇਸ ਵਿਚਾਰ ਨੂੰ ਦਿਲੋਂ ਕੱਢ ਦਈਏ। ਸਤਿਗੁਰੂ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜਨੀ। ਤੇ ਜਦੋਂ ਮਹਾਰਾਜ ਦੇ ਦਰ ਤੇ ਆ ਜਾਈਏ ਨਾ, ਫਿਰ ਸਤਿਗੁਰੂ ਦੇ ਵਚਨ ਨੇ ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰੂ ਮਹਾਰਾਜ ਜੀ ਦੇ ਘਰ ਤਾਂ ਇਹ ਬਖਸ਼ਿਸ਼ਾਂ ਹਨ। ਔਰ ਇਹ ਸੁਭਾਅ ਹੈ ਮੇਰੇ ਸਤਿਗੁਰਾਂ ਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹੋ ਬਿਰਧ ਸੁਆਮੀ ਸੰਦਾ। ਜਿਹੜਾ ਗੁਰੂ ਸਾਹਿਬ ਦੀ ਸ਼ਰਨ ਆਵੇਗਾ ਉਹਨੂੰ ਮਹਾਰਾਜ ਗਲ ਨਾਲ ਲਾ ਲੈਂਦੇ, ਚਰਨਾਂ ਨਾਲ ਜੋੜ ਲੈਂਦੇ ਹਨ। ਜਿਹੜਾ ਮਨਮੁਖ ਬਣ ਕੇ ਪਾਸੇ ਨੂੰ ਭੱਜੇਗਾ ਉਹ ਫਿਰ ਸੰਸਾਰ ਵਿੱਚ ਰੁਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਦੀ ਮੱਤ ਲੈ ਕੇ ਮਹਾਰਾਜ ਜੀ ਦਾ ਨਾਮ ਜਪੀਏ। ਜਦੋਂ ਨਾਮ ਜਪਾਂਗੇ, ਨਾਮ ਨਾਲ ਪਿਆਰ ਕਰਾਂਗੇ, ਫਿਰ ਕੀ ਹੋਵੇਗਾ? ਜਿਹੜੇ ਨਾਮ ਨਾਲ ਪਿਆਰ ਕਰਦੇ ਓਏ ਅੰਮ੍ਰਿਤ ਪੀਵਹਿ ਸਦਾ ਸਦਾ,
ਉਹ ਗੁਰਬਾਣੀ ਦੇ ਵਿੱਚੋਂ ਇੱਕ ਇੱਕ ਅੱਖਰ ਵਿੱਚੋਂ ਅੰਮ੍ਰਿਤ ਦਾ ਰਸ ਮਾਣਦੇ ਹਨ। ਉਹਨਾਂ ਨੂੰ ਫਿਰ ਇਹ ਨਹੀਂ ਹੁੰਦਾ ਵੀ ਮੈਂ ਗੁਟਕਾ ਸਾਹਿਬ ਲੈ ਕੇ ਬੈਠਾਂ ਤੇ ਦਵਾ ਦਵ ਸੁਖਮਨੀ ਦਾ ਪਾਠ ਸੰਪੂਰਨ ਕਰ ਲਵਾਂ, ਦਵਾ ਦਵ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰ ਲਵਾਂ। ਨਹੀਂ, ਆਨੰਦ ਦੇ ਨਾਲ ਗੁਰਬਾਣੀ ਵਿੱਚੋਂ ਰਸ ਲੈ ਕੇ ਪ੍ਰੇਮ ਸਹਿਤ ਪੜ੍ਹਦੇ ਹਨ। ਬੜੇ ਆਨੰਦ ਦੇ ਸਹਿਤ ਵਿਚਾਰ ਵਿਚਾਰ ਕੇ ਗੁਰਬਾਣੀ ਨੂੰ ਪੜ੍ਹਦੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਹੋਈਏ ਗੁਰਸਿੱਖ ਤੇ ਸਾਡੇ ਘਰ ਵਿੱਚ ਗੁਰਬਾਣੀ ਦੀ ਪੋਥੀ ਹੋਵੇ ਹੀ ਨਾ, ਕਿੱਡੀ ਮਾੜੀ ਗੱਲ ਹੈ। ਗੁਰਸਿੱਖ ਹੋਈਏ, ਗੁਰਸਿੱਖ ਦੇ ਘਰ ਵਿੱਚ ਬਾਣੀ ਦੀ ਪੋਥੀ ਨਾ ਹੋਵੇ। ਗੁਰਸਿੱਖੋ ਗੁਰਬਾਣੀ ਦੇ ਧਾਰਨੀ ਹੋਵੋ, ਘਰਾਂ ਵਿੱਚ ਪੋਥੀਆਂ ਰੱਖੋ। ਜ਼ਿਆਦਾ ਨਹੀਂ ਪੜ੍ਹ ਸਕਦੇ, ਨਿਤਨੇਮ ਦੀਆਂ ਸਟੀਕਾਂ ਜ਼ਰੂਰ ਰੱਖੋ। ਜਦੋਂ ਨਿਤਨੇਮ ਕਰਦੇ ਹੋ, ਜਦੋਂ ਨਿਤਨੇਮ ਕਰਨ ਤੋਂ ਬਾਅਦ ਕੋਲ ਸਮਾਂ ਹੋਵੇ, ਬੈਠ ਕੇ ਗੁਰਬਾਣੀ ਦੀ ਰੋਜ਼ ਦੀ ਜ਼ਿਆਦਾ ਨਹੀਂ, ਇੱਕ ਪੌੜੀ ਨਹੀਂ ਤਾਂ ਇੱਕ ਪੰਕਤੀ ਵਿਚਾਰ ਲਿਆ ਕਰੋ, ਤਾਂ ਕਿ ਸਾਨੂੰ ਗੁਰਬਾਣੀ ਦੀ ਸੋਝੀ ਰਵੇ। ਸਤਿਗੁਰਾਂ ਦੀ ਬਾਣੀ ਸਾਨੂੰ ਕਹਿੰਦੀ ਕੀ ਹੈ, ਸਾਡੇ ਸਤਿਗੁਰਾਂ ਦੀ ਮੱਤ ਕੀ ਦਰਸਾ ਰਹੀ, ਅਸੀਂ ਕੀ ਕਰ ਰਹੇ ਹਾਂ। ਆਪਣੇ ਜੀਵਨ ਨੂੰ ਸੁਧਾਰ ਲਵਾਂਗੇ ਜਦੋਂ ਗੁਰਬਾਣੀ ਨੂੰ ਵਿਚਾਰਨ ਲੱਗ ਪਵਾਂਗੇ। ਫਿਰ ਜਿਵੇਂ ਅੱਜ ਕੱਲ੍ਹ ਹੈ ਨਾ ਵੀ ਕੋਈ ਕੁਝ ਬੋਲਦਾ, ਕੋਈ ਕੁਝ ਬੋਲਦਾ, ਫਿਰ ਇਹ ਵੀ ਸੁਚੇਤ ਹੋ ਜਾਣਗੇ ਵੀ ਗੁਰਸਿੱਖ ਬਾਣੀ ਪੜ੍ਹਨ ਵਾਲੇ ਆ, ਗੁਰਬਾਣੀ ਦੀ ਵਿਚਾਰ ਕਰਨ ਵਾਲੇ ਹਨ। ਇਹਨਾਂ ਸਾਹਮਣੇ ਜੇ ਕੁਝ ਗਲਤ ਅਰਥ ਕੀਤਾ, ਗਲਤ ਬੋਲਿਆ, ਤਾਂ ਇਹ ਸਾਨੂੰ ਰੋਕ ਕੇ ਪੁੱਛਣਗੇ ਵੀ ਆ ਕਿਉਂ ਇਸ ਤਰ੍ਹਾਂ ਕੀਤਾ ਹੈ। ਇਸ ਕਰਕੇ ਆਪ ਗੁਰਮਤਿ ਦੇ ਧਾਰਨੀ ਹੋਈਏ, ਨਿਤਨੇਮ ਕਰਿਆ ਕਰੋ, ਨਿਤਨੇਮ ਦੀਆਂ ਸਟੀਕਾਂ ਰੱਖੋ, ਬਾਣੀ ਦੇ ਅਰਥ ਪੜ੍ਹਿਆ ਕਰੋ। ਫਿਰ ਕੀ ਹੋਵੇਗਾ, ਗੁਰਬਾਣੀ ਵਿੱਚੋਂ ਇੱਕ ਇੱਕ ਅੱਖਰ ਵਿੱਚੋਂ ਅੰਮ੍ਰਿਤ ਦਾ ਰਸ ਚੁੰਦਾ, ਤੇ ਗੁਰਸਿੱਖ ਜਿਹੜਾ ਲਗਾ ਨਾਲ ਲਗਨ ਨਾਲ ਇੱਕ ਚਿੱਤ ਇੱਕ ਮਨ ਹੋ ਕੇ ਨਾਮ ਨਾਲ ਪਿਆਰ ਕਰਕੇ ਨਿਤਨੇਮ ਕਰਦਾ, ਬਾਣੀ ਪੜ੍ਹਦਾ ਨਾ, ਉਹ ਫਿਰ ਇਸ ਬਾਣੀ ਦੇ ਵਿੱਚੋਂ ਅੰਮ੍ਰਿਤ ਦਾ ਰਸ ਲੈਂਦਾ ਸਦਾ ਹੀ। ਭਾਈ ਰੇ ਗੁਰਮੁਖ ਸਦਾ ਪਤ ਹੋਏ। ਹੇ ਮੇਰੇ ਭਾਈ, ਮਹਾਰਾਜ ਕਿੱਡੀ ਪਿਆਰੀ ਬੋਲੀ ਵਰਤਦੇ ਹਨ। ਭਾਈ ਰੇ, ਹੇ ਮੇਰੇ ਭਾਈ, ਗੁਰਮੁਖ ਸਦਾ ਪਤ ਹੋਏ। ਗੁਰਮੁਖਾਂ ਦੀ ਸਦਾ ਹੀ ਪਤ ਰੱਖਦੇ ਐ ਸਤਿਗੁਰੂ, ਸਦਾ ਹੀ ਇੱਜ਼ਤ ਹੁੰਦੀ ਉਹਨਾਂ ਦੀ, ਜਿਹੜੇ ਗੁਰੂ ਨੂੰ ਮੁੱਖ ਰੱਖਣ। ਜਿਹੜੇ ਮਨਮੁਖ ਹੋ ਜਾਣ, ਮੇਰਾ ਮਨ ਆ ਕਹਿੰਦਾ ਮੈਂ ਇਸ ਤਰ੍ਹਾਂ ਕਰਨਾ, ਮੇਰਾ ਮਨ ਆ ਕਹਿੰਦਾ ਮੈਂ ਇਸ ਤਰ੍ਹਾਂ ਕਰਨਾ। ਮਨਮੁਖ ਹੋਇਆ ਬੰਦਾ ਆਪਣੀ ਪਤ ਗਵਾ ਕੇ ਬੈਠ ਜਾਂਦਾ ਲੋਕ ਪਰਲੋਕ ਦੇ ਅੰਦਰ। ਸੰਸਾਰ ਵਿੱਚ ਵੀ ਲੋਕ ਉਹਨੂੰ ਕਹਿਣ ਲੱਗ ਪੈਂਦੇ ਐ ਇਹ ਤਾਂ ਬਹੁਤਾ ਮਨਮੁਖ ਹੈ, ਇਹ ਤਾਂ ਕਿਸੇ ਦੀ ਸੁਣਦਾ ਹੀ ਨਹੀਂ, ਕਿਸੇ ਦੀ ਵਿਚਾਰਦਾ ਹੀ ਨਹੀਂ, ਆਪਣੀਆਂ ਹੀ ਮਨ ਮਰਜ਼ੀਆਂ ਕਰੀ ਜਾਂਦਾ। ਇਹਦੇ ਨਾਲ ਕੀ ਸਲਾਹ ਕਰਨੀ, ਇਹਨੂੰ ਕੀ ਕਹਿਣਾ। ਜਦੋਂ ਮਰਿਆ ਜਾਂਦਾ ਪਰਲੋਕ ਵਿੱਚ, ਉੱਥੇ ਵੀ ਫਿਰ ਜਮ ਉਹਨੂੰ ਸਜ਼ਾ ਦਿੰਦੀ ਹੈ ਵੀ ਆਪਣੀਆਂ ਹੀ ਅੱਗੇ ਰੱਖੀਆਂ, ਗੁਰੂ ਦੀ ਮੱਤ ਲਈ ਨਾ। ਇਸ ਕਰਕੇ ਗੁਰਮੁਖ ਬਣੀਏ, ਗੁਰੂ ਸਾਹਿਬ ਨੂੰ ਮੁਖੀ ਬਣਾ ਕੇ ਰੱਖੀ ਆਪਣੇ ਜੀਵਨ ਵਿੱਚ। ਤੇ ਮੈਂ ਇਹ ਬੇਨਤੀ ਆਪ ਜੀ ਨੂੰ ਕਰਾਂ, ਜਿੱਦਣ ਅਸੀਂ ਗੁਰੂ ਨੂੰ ਮੁਖੀ ਬਣਾ ਕੇ ਚੱਲ ਪਾਵਾਂਗੇ ਨਾ, ਵੀ ਸਾਡੇ ਮੁਖੀ ਤਾਂ ਸਤਿਗੁਰੂ ਹਨ, ਉਦਣ ਫਿਰ ਗੁਨਾਹਾਂ ਵਾਲੇ ਪਾਸੇ ਤੋਂ ਸਾਡਾ ਰਾਹ ਜਿਹੜਾ ਹੋਰ ਪਾਸੇ ਨੂੰ ਹੋ ਜਾਵੇਗਾ, ਟਲ ਜਾਵਾਂਗੇ, ਬਚ ਜਾਵਾਂਗੇ। ਇਸ ਕਰਕੇ ਗੁਰਮੁਖ ਬਣੀਏ, ਮਨਮੁਖ ਨਾ ਬਣੀਏ। ਗੁਰਮੁਖ ਬਣਨਾ ਕਿਵੇਂ ਹੈ? ਖੰਡੇ ਬਾਟੇ ਦੀ ਪਾਹੁਲ ਛਕੋ, ਸਾਬਤ ਸੂਰਤ ਕੇਸਾ ਧਾਰੀ, ਸੋਹਣੇ ਸਿੰਘ ਸਿੰਘਣੀਆਂ ਸੱਜੋ। ਨਿਤਨੇਮੀ ਹੋਵੋ, ਗੁਰੂ ਘਰ ਦੀ ਸੇਵਾ ਨਾਲ ਪ੍ਰੇਮ ਰੱਖੋ। ਤੇ ਜਦੋਂ ਕੋਈ ਕਾਰਜ ਕਰਦੇ ਹੋ, ਸਤਿਗੁਰੂ ਜੀ ਦੇ ਅੱਗੇ ਓਟ ਆਸਰਾ ਲਿਆ ਕਰੋ, ਅਰਦਾਸ ਬੇਨਤੀ ਕਰਿਆ ਕਰੋ। ਕਾਰਜ ਹੋ ਜਾਵੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਕਰਿਆ ਕਰੋ। ਮਹਾਰਾਜ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ, ਆਪ ਜੀ ਦੀ ਕਿਰਪਾ ਹੋਈ ਹੈ। ਗੁਰਸਿੱਖੋ, ਇਹ ਬੜੀ ਵੱਡੀ ਘਾਟ ਹੈ ਸਾਡੇ ਵਿੱਚ, ਸ਼ੁਕਰਾਨਾ ਨਹੀਂ ਅਸੀਂ ਕਰਦੇ, ਨਿਸ਼ੁਕਰੇ ਹੁੰਦੇ ਜਾ ਰਹੇ ਹਾਂ। ਤੇ ਕਈ ਵਾਰੀ ਕਈ ਇਹ ਸਵਾਲ ਕਰ ਦਿੰਦੇ ਐ ਵੀ ਨਿਤਨੇਮ ਕਰੀਦਾ, ਨਿਤਨੇਮ ਵਿੱਚ ਮਨ ਨਹੀਂ ਲੱਗਦਾ, ਬਾਣੀ ਨਹੀਂ ਪੜ੍ਹਨ ਵਿੱਚ ਮਨ ਜੁੜਦਾ। ਕਾਰਨ ਇਹ ਹੈ ਜਦੋਂ ਨਿਸ਼ੁਕਰਾਪਣ ਹੋਵੇ ਉਦੋਂ ਵੀ ਮਨ ਨਹੀਂ ਜੁੜਦਾ ਹੈ।
ਜਦੋਂ ਸ਼ੁਕਰਨਾਨਾ ਹੋਵੇ, ਜੋ ਉਹਨੇ ਦਿੱਤਾ ਉਹਦਾ ਸ਼ੁਕਰਾਨਾ ਨਹੀਂ, ਜੋ ਨਹੀਂ ਮਿਲਿਆ ਉਹਦੇ ਲਈ ਅਸੀਂ ਭੱਜ ਦੌੜ ਕਰ ਰਹੇ ਆ, ਨਹੀਂ ਮਿਲਿਆ ਮਿਹਣੇ ਮਾਰਦੇ ਆ ਰੱਬ ਨੂੰ, ਆਹ ਸਾਨੂੰ ਦਿੱਤਾ ਹੀ ਨਹੀਂ, ਆਹ ਸਾਨੂੰ ਮਿਲਿਆ ਹੀ ਨਹੀਂ। ਜਿਹੜਾ ਮਿਲਿਆ ਉਹਦਾ ਕਦੇ ਨਹੀਂ ਕਿਹਾ ਵੀ ਇੰਨਾ ਕੁਝ ਦੇ ਦਿੱਤਾ, ਇਹਦਾ ਸ਼ੁਕਰ ਹੈ। ਕਦੇ ਪੜ੍ਹਿਆ ਕਰੀਏ ਬਾਣੀ ਨੂੰ, ਵਿਚਾਰਿਆ ਕਰੀਏ। ਮਹਾਰਾਜ ਨੇ ਤਾਂ ਬਾਣੀ ਵਿੱਚ ਇੱਥੋਂ ਤੱਕ ਦਰਸਾ ਦਿੱਤਾ, ਇੱਕ ਇੱਕ ਅੰਗ ਸਰੀਰ ਦਾ ਜਿਹੜਾ ਹੈ ਸਤਿਗੁਰੂ ਦੀ ਦਿੱਤੀ ਹੋਈ ਦਾਤ ਹੈ। ਇੱਕ ਇੱਕ ਸਰੀਰ ਦਾ ਅੰਗ, ਇੱਕ ਇੱਕ ਵਸਤੂ ਸਤਿਗੁਰੂ ਦੀ ਦਿੱਤੀ ਹੋਈ ਦਾਤ ਹੈ ਜੇ ਸਮਝੀਏ। ਔਰ ਸਤਿਗੁਰੂ ਜੀ ਦੀ ਦਿੱਤੀ ਹੋਈ ਦਾਤ ਵਿੱਚੋਂ ਜਦੋਂ ਸਵਾਸ ਕੱਢ ਲੈਂਦੇ ਹੈ ਨਾ, ਫਿਰ ਜੇ ਸਾਡੀ ਹੁੰਦੀ ਜਾਂ ਸਾਡਾ ਕੋਈ ਹੋਰ ਹੁੰਦਾ ਤਾਂ ਫਿਰ ਮੁਰਦੇ ਨੂੰ ਉੱਠ ਕੇ ਬਹਿਣ ਦੀ ਸਮਰੱਥਾ ਹੋਣੀ ਸੀ, ਉੱਠ ਕੇ ਬਹਿ ਕੇ ਗੱਲਾਂ ਕਰਦਾ। ਜਦੋਂ ਉਹਦੇ ਚਾਰ ਚੁਫੇਰੇ ਉਹਦੇ ਰਿਸ਼ਤੇਦਾਰ ਰੋਂਦੇ, ਦਹੱਥੜੇ ਮਾਰਦੇ, ਰੁਦਨ ਕਰਦੇ ਐ। ਜੇ ਉਹਦਾ ਆਪਣਾ ਕੁਝ ਹੁੰਦਾ, ਆਪਣੀ ਤਾਕਤ ਹੁੰਦੀ ਤਾਂ ਉੱਠ ਕੇ ਬੈਠ ਜਾਂਦਾ। ਇਸ ਲਈ ਇਹ ਸਮਝ ਲਈਏ ਜੋ ਕੁਝ ਵੀ ਹੈ ਸਤਿਗੁਰੂ ਜੀ ਦਾ ਦਿੱਤਾ ਹੋਇਆ ਹੈ, ਤੇ ਜੋ ਉਹਨੇ ਦਿੱਤਾ ਉਹਦਾ ਸ਼ੁਕਰ ਕਰੀਏ, ਜੋ ਨਹੀਂ ਦਿੱਤਾ ਉਹਦੇ ਲਈ ਲੜੀਏ ਨਾ ਵੀ ਆਹ ਨਹੀਂ ਦਿੱਤਾ ਸਾਨੂੰ। ਨਿਸ਼ੁਕਰੇ ਹੋਵੋਗੇ ਬਾਣੀ ਵਿੱਚ ਮਨ ਨਹੀਂ ਲੱਗੇਗਾ, ਸ਼ੁਕਰਗੁਜ਼ਾਰ ਹੋਵੋਗੇ ਗੁਰਬਾਣੀ ਪੜ੍ਹਨ ਲੱਗਿਆ ਮਨ ਜੁੜ ਜਾਂਦਾ ਹੈ। ਸਤਿਗੁਰੂ ਰਹਿਮਤ ਕਰਦੇ ਹੈ ਵੀ ਇਹ ਗੁਰਸਿੱਖ ਸ਼ੁਕਰਗੁਜ਼ਾਰ ਹੈ, ਸ਼ੁਕਰਾਨਾ ਕਰਦਾ ਗੁਰੂ ਦਾ। ਨਿਸ਼ੁਕਰੇ ਅਕਿਰਤ ਘਣਤਾ ਦੀ ਗਿਣਤੀ ਵਿੱਚ ਆ ਜਾਂਦੇ, ਜਿਹੜੇ ਗੁਰੂ ਦੀ ਦਾਤ ਲੈ ਕੇ ਗੁਰੂ ਦਾ ਸ਼ੁਕਰ ਹੀ ਨਾ ਕਰਨ, ਭੁੱਲ ਜਾਣ, ਉਹ ਫਿਰ ਅਕਿਰਤ ਘਣ ਗਿਣੇ ਜਾਂਦੇ ਹਨ। ਤੇ ਧਰਤੀ ਕਹਿੰਦੀ, ਭਾਈ ਗੁਰਦਾਸ ਸਾਹਿਬ ਕਹਿੰਦੇ, ਭਾਰੇ ਭੂਈ ਅਕਿਰਤ ਘਣਾ ਮੰਦੀ ਹੂੰ ਮੰਦੇ। ਸਭ ਤੋਂ ਵੱਧ ਭਾਰ ਧਰਤੀ ਤੇ ਅਕਿਰਤ ਘਣਾ ਦਾ ਹੁੰਦਾ, ਮੰਦਿਆਂ ਤੋਂ ਵੀ ਮੰਦੇ ਗਿਣੇ ਜਾਂਦੇ ਹਨ। ਇਸ ਲਈ ਆਪਾਂ ਉਸ ਗਿਣਤੀ ਵਿੱਚ ਨਾ ਆ ਜਾਈਏ। ਸਤਿਗੁਰੂ ਜੀ ਦੇ ਦਰ ਤੇ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰੀਏ। ਮੈਂ ਸੰਗਤ ਵਿੱਚ ਬੇਨਤੀ ਕਈ ਵਾਰੀ ਕਰਦਾ, ਕਥਾ ਕਰਦੇ ਆ, ਜਦੋਂ ਸਮਾਪਤੀ ਹੁੰਦੀ ਨਾ ਦਰਬਾਰ ਵਿੱਚ ਤੇ ਜਾਂਦੇ ਹੋ ਘਰਾਂ ਨੂੰ, ਜਾਣ ਲੱਗੇ ਵੀ ਹੱਥ ਜੋੜ ਕੇ ਸ਼ੁਕਰ ਕਰਕੇ ਜਾਇਆ ਕਰੋ। ਸਤਿਗੁਰੂ ਤੁਹਾਡਾ ਸ਼ੁਕਰ ਹੈ, ਆਪ ਜੀ ਦੀ ਤਰਸ ਦੀ, ਮਿਹਰ ਦੀ ਨਜ਼ਰ ਹੋਈ, ਦਇਆ ਦੀ ਨਜ਼ਰ ਹੋਈ ਤਾਂ ਸਤਿਗੁਰੂ ਮਹਾਰਾਜ ਆਪ ਜੀ ਕੇ ਚਰਨਾਂ ਵਿੱਚ ਤੁਸੀਂ ਸਾਨੂੰ ਗਰੀਬਾਂ ਨੂੰ ਸੱਦ ਕੇ ਬਿਠਾ ਲਿਆ। ਸਤਿਗੁਰੂ ਕਿਰਪਾ ਕਰਿਓ, ਜੇ ਕੱਲ੍ਹ ਦਾ ਦਿਨ ਵੀ ਨਸੀਬ ਹੋਇਆ ਤੇ ਆਪਣੇ ਚਰਨਾਂ ਵਿੱਚ ਜ਼ਰੂਰ ਬਿਠਾਇਓ, ਆਪਣੇ ਚਰਨਾਂ ਵਿੱਚ ਜ਼ਰੂਰ ਸੱਦਿਓ। ਸਤਿਗੁਰੂ ਮਹਾਰਾਜ, ਮੈਂ ਸੰਗਤ ਨੂੰ ਕਹਿਣਾ ਹੁੰਦਾ, ਸਾਧ ਸੰਗਤ ਜੀ ਸੋਚਿਓ ਜਰਾ, ਇਸ ਸਮੇਂ ਕਿੰਨੇ ਲੋਕ ਹੌਸਪਿਟਲਾਂ ਵਿੱਚ ਹੋਣਗੇ ਜੋ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਹੋਣਗੇ। ਕਿੰਨੇ ਲੋਕ ਸੜਕਾਂ 'ਤੇ ਤੁਰੇ ਫਿਰਦੇ ਐ, ਰੋਜੀ ਲਈ ਧੱਕੇ ਖਾ ਰਹੇ ਹਨ। ਤੁਹਾਡੇ ਕਿੰਨੇ ਵੱਡੇ ਤੇ ਉੱਤਮ ਭਾਗ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਸਤਿਗੁਰਾਂ ਦੀ ਦਇਆ ਹੈ, ਸਾਡਾ ਕੋਈ ਹੋਰ ਨਹੀਂ। ਆਪਣੀ ਤਾਕਤ ਨਾਲ ਜੇ ਕੋਈ ਆ ਸਕਦਾ ਹੁੰਦਾ ਤਾਂ ਲੋਕ ਇੰਨੇ ਬਾਹਰ ਤੁਰੇ ਫਿਰਦੇ ਸਾਰੇ ਆ ਜਾਂਦੇ ਨਹੀਂ। ਇਹ ਸਤਿਗੁਰੂ ਹੀ ਸੱਦਣ, ਮਹਾਰਾਜ ਹੀ ਦਇਆ ਕਰਨ ਤਾਂ ਹੀ ਇੱਥੇ ਆ ਕੇ ਬੈਠਾ ਜਾਂਦਾ। ਇਸ ਲਈ ਸ਼ੁਕਰ ਕਰਿਆ ਕਰੋ, ਜਾਣ ਲੱਗੇ ਅਗਲੇ ਦਿਨ ਲਈ ਅਰਦਾਸ ਕਰਿਆ ਕਰੋ, ਮਹਾਰਾਜ ਫਿਰ ਸੱਦਿਓ ਚਰਨਾਂ ਵਿੱਚ। ਇਸ ਤਰ੍ਹਾਂ ਗੁਰਮੁਖ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਨਾਮ ਬਾਣੀ ਦੇ ਆਸਰੇ ਦੇ ਅਨੁਸਾਰ ਭਾਈ ਰੇ ਗੁਰਮੁਖ ਸਦਾ ਪਤ ਹੋਏ। ਗੁਰਮੁਖਾਂ ਦੀ ਸਦਾ ਹੀ ਪਤ ਹੁੰਦੀ ਹੈ। ਸਤਿਗੁਰੂ ਸਦਾ ਉਹਨਾਂ ਦੀ ਵਡਿਆਈ ਕਰਾਉਂਦੇ ਹਨ। ਹਰ ਹਰ ਸਦਾ ਧਿਆਈਐ, ਮਲ ਹਉਮੈ ਕੱਢੈ ਧੋਏ। ਉਸ ਹਰੀ ਨੂੰ ਜੋ ਸਭ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਜੋ ਬਹੁਤ ਵੱਡਾ ਹੈ, ਬੇਅੰਤ ਹੈ, ਸਭ ਦੇ ਦੁੱਖ ਹਰ ਦਿੰਦਾ, ਮਿਟਾ ਦਿੰਦਾ ਹੈ, ਉਸ ਹਰ ਨੂੰ ਸਦਾ ਹੀ ਧਿਆਇਆ ਕਰੀਏ। ਆਪਣੀ ਰਸਨਾ ਤੋਂ ਸਦਾ ਜਪੀਏ, ਕੀ ਹੋਵੇਗਾ? ਮਲ ਹਉਮੈ ਕੱਢੈ ਧੋਏ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਗੁਰੂ ਸਾਹਿਬ ਦਾ ਨਾਮ ਜਪਣ ਦੇ ਨਾਲ, ਹਰੀ ਨੂੰ ਜਪਣ ਦੇ ਨਾਲ, ਅਕਾਲ ਪੁਰਖ ਜੀ ਦੀ ਉਸਤਤ ਕਰਨ ਦੇ ਨਾਲ, ਮਹਾਰਾਜ ਕਹਿੰਦੇ ਸਤਿਗੁਰਾਂ ਦਾ ਨਾਮ ਹਿਰਦੇ ਵਿੱਚ ਜੋ ਮੈਲ ਹੈ ਨਾ, ਕਾਹਦੀ ਮੈਂ ਦੀ, ਮੈਂ ਬੜਾ ਵੱਡਾ,
ਮੈਂ ਚੋਖਾ ਵੱਡਾ ਵਿਦਵਾਨ, ਮੇਰੇ ਕੋ ਗਿਆਨ ਬੜਾ, ਮੇਰੀ ਮਤ ਬੜੀ, ਮੇਰੇ ਕੋਲ ਸ਼ੋਹਰਤ ਬੜੀ ਹੈ, ਦੌਲਤ ਬੜੀ ਹੈ, ਮੇਰਾ ਹੁਸਨ ਬਹੁਤ ਹੈ। ਇਸ ਤਰ੍ਹਾਂ ਦਾ ਝੂਠਾ ਕੂੜਾ ਹੰਕਾਰ ਜਿਹੜਾ ਅਸੀਂ ਕਰਦੇ ਹਾਂ, ਇਹ ਸਾਰਾ ਹੰਕਾਰ, ਸਾਰੀ ਮੇਰੀ ਜਿਹੜੀ ਹੈ, ਮਹਾਰਾਜ ਕਿਰਪਾ ਕਰਕੇ ਨਾਮ ਦਾ ਝਾੜੂ ਲਾ ਕੇ ਹਿਰਦੇ ਵਿੱਚੋਂ ਕੱਢ ਦਿੰਦੇ ਹਨ। ਸਾਧ ਸੰਗਤ ਜੀ, ਜਦੋਂ ਗੁਰੂ ਘਰ ਸੇਵਾ ਕਰੀਏ ਨਾ, ਜੇ ਝੂਠੇ ਬਰਤਨ ਮਾਂਜਦੇ ਹੋ, ਝੂਠੇ ਭਾਂਡੇ ਮਾਂਜਦਿਆਂ ਅਰਦਾਸ ਇਹ ਕਰਿਆ ਕਰੋ, ਸਤਿਗੁਰੂ ਜਿਵੇਂ ਆ ਝੂਠਾ ਭਾਂਡ ਬਾਟਾ ਮਾਂਜਿਆ ਤੇ ਇਹਦੀ ਝੂਠ ਸਾਰੀ ਲੱਥ ਗਈ, ਇਹ ਸਾਫ਼ ਹੋਇਆ, ਕਿਰਪਾ ਕਰੋ ਤੁਹਾਡੇ ਨਾਮ ਦਾ ਇਹੋ ਜਿਹਾ ਪੋਚਾ ਲੱਗੇ, ਮੇਰਾ ਮਨ ਸਾਫ਼ ਹੋ ਜਾਵੇ, ਵਿਕਾਰਾਂ ਦੀ ਸਾਰੀ ਝੂਠ ਉਤਰ ਜਾਵੇ। ਝਾੜੂ ਲਾਈਏ ਤਾਂ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰਿਓ, ਜਿਵੇਂ ਝਾੜੂ ਲਾ ਕੇ ਮੈਂ ਵਾਧੂ ਘਾਟੂ ਕੂੜਾ ਜਿੰਨਾ ਸੀ, ਜਿੰਨੀ ਮਿੱਟੀ ਖੇ ਸੀ, ਸਭ ਕੁਝ ਮਹਾਰਾਜ ਝਾੜੂ ਨਾਲ ਹੂੰਝ ਕੇ ਬਾਹਰ ਸੁੱਟ ਦਿੱਤਾ। ਇਸ ਤਰ੍ਹਾਂ ਦਾ ਨਾਮ ਦਾ, ਭਗਤੀ ਦਾ ਝਾੜੂ ਮੇਰੇ ਹਿਰਦੇ ਵਿੱਚ ਲੱਗ ਜਾਵੇ। ਮਹਾਰਾਜ ਜੀ, ਮੇਰੇ ਅੰਦਰ ਜਿੰਨੇ ਹਉਮੈ ਹੰਕਾਰ ਵਰਗੇ, ਈਰਖਾ ਦਵੈਸ਼ ਵਰਗੇ ਵੱਡੇ ਵੱਡੇ ਵਿਕਾਰ ਨੇ, ਇਹ ਸਾਰਾ ਵਿਕਾਰਾਂ ਦਾ ਕੂੜਾ, ਇਹ ਸਾਰਾ ਹੀ ਅੰਦਰੋਂ ਹੂੰਝਿਆ ਜਾਵੇ। ਮਨ ਪਵਿੱਤਰ ਤੇ ਸਾਫ਼ ਹੋ ਕੇ, ਨੀਵਾਂ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਜੁੜੇ। ਸੇਵਾ ਤੇ ਸਿਮਰਨ ਦੀ ਇਸੇ ਕਰਕੇ ਸਾਨੂੰ ਇਹ ਰੀਤ ਦਿੱਤੀ ਹੈ ਮਹਾਰਾਜ ਨੇ। ਸਿਮਰਨ ਕਰਨਾ, ਨਾਲ ਨਾਲ ਸੇਵਾ ਕਰਨੀ, ਸੇਵਾ ਨਾਲ ਨਿਰਵਾਣਤਾ ਰਹਿੰਦੀ ਹੈ, ਸਿਮਰਨ ਦੇ ਨਾਲ ਹਿਰਦਾ ਪਾਕ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਨਾਲ ਫਿਰ ਨੇੜਤਾ ਬਣ ਜਾਂਦੀ ਹੈ, ਔਰ ਮਨ ਵਿੱਚੋਂ ਹੰਕਾਰ ਵਰਗੇ ਵੱਡੇ ਵੱਡੇ ਵਿਕਾਰ ਚਲੇ ਜਾਂਦੇ ਐ, ਖਤਮ ਹੋ ਜਾਂਦੇ ਐ। ਹਉਮੈ ਸਾਰੀ ਮਹਾਰਾਜ ਨਾਮ ਦੀ ਬਖਸ਼ਿਸ਼ ਦੇ ਨਾਲ ਕੱਢ ਦਿੰਦੇ ਹਨ। ਮਨ ਮੁਖ ਨਾਮ ਨਾ ਜਾਣਨੀ, ਵੇਣ ਨਾਵੈ ਪਤ ਜਾਈ। ਮਨਮੁਖ ਬੰਦੇ ਜਿਹੜੇ ਐ ਨਾ, ਨਾਮ ਨੂੰ ਨਹੀਂ ਜਾਣਦੇ ਹਨ। ਉਹਨਾਂ ਨੂੰ ਕਹੋ ਨਾਮ ਜਪ ਲੈ ਭਾਈ, ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ, ਹੱਸ ਕੇ ਵਿਖਾ ਦਿੰਦੇ ਐ। ਤੇ ਕਈਆਂ ਦਾ ਬਹਾਨਾ ਬੜਾ ਹੁੰਦਾ, ਜੇ 4 ਦਿਨ ਖਾਣ ਪੀਣ ਦੇ ਐ, ਜਦੋਂ ਉਮਰ ਹੋਵੇਗੀ ਛਕ ਲਵਾਂਗੇ। ਕਈਆਂ ਨੂੰ ਇਹ ਭੁਲੇਖਾ ਹੈ, ਬੁੱਢੇ ਹੋ ਕੇ ਯਾਤਰਾ ਤੇ ਜਾਵਾਂਗੇ, ਉਦੋਂ ਹੀ ਅੰਮ੍ਰਿਤ ਛਕਾਂਗੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਪਤਾ ਨਹੀਂ ਅਗਲਾ ਸਵਾਸ ਆਉਣ ਵਾਲਾ ਹੈ ਜਾਂ ਨਹੀਂ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਪੈ ਸਾਹੋ ਆਵੈ ਕਿ ਨਾ ਆਵੈ ਰਾਮ। ਪਤਾ ਨਹੀਂ ਸਵਾਸ ਆਵੇ ਜਾਂ ਨਾ ਆਵੇ, ਜਪਣ ਲੱਗਿਆ ਢਿੱਲ ਨਾ ਕਰਿਆ ਕਰੀਏ। ਬਾਣੀ ਪੜ੍ਹਨ ਲੱਗਿਆ, ਅੰਮ੍ਰਿਤ ਛਕਣ ਲੱਗਿਆ ਢਿੱਲ ਨਹੀਂ ਵਰਤਣੀ, ਤਿਆਰ ਬਰ ਤਿਆਰ ਹੋਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਮਨਮੁਖ ਨਾਮ ਦੇ ਸਾਰ ਨਹੀਂ ਜਾਣਦੇ ਹਨ, ਤੇ ਨਾਮ ਤੋਂ ਬਿਨਾਂ ਫਿਰ ਉਹਨਾਂ ਦਾ ਜਨਮ ਵਿਅਰਥਾ ਚਲਿਆ ਜਾਂਦਾ ਹੈ, ਪਤ ਚਲੀ ਜਾਂਦੀ ਸਾਰੀ ਹੀ। ਸਬਦੈ ਸਾਧ ਨ ਆਇਓ, ਲਾਗੇ ਦੂਜੈ ਭਾਈ। ਸ਼ਬਦ ਦਾ ਸਵਾਦ ਵੀ ਉਹ ਨਹੀਂ ਲੈਂਦੇ ਹਨ, ਦੂਜੇ ਭਾਏ ਦਵੈਸ਼ ਭਾਵਨਾ ਵਿੱਚ ਲੱਗੇ ਰਹਿੰਦੇ ਐ। ਵਿਸ਼ਟਾ ਕੇ ਕੀੜੇ ਪਵਹਿ ਵਿੱਚ ਵਿਸ਼ਟਾ, ਸੀ ਵਿਸ਼ਟਾ ਮਾਹੀ ਸਮਾਈ। ਵਿਸ਼ਟਾ ਦੇ ਜੰਮੇ ਹੋਏ ਕੀੜੇ ਨਰਕਾਂ ਵਿੱਚੋਂ ਆਏ ਐ, ਦੁਬਾਰਾ ਫੇਰ ਹੀ ਨਰਕਾਂ ਰੂਪੀ ਵਿਸ਼ਟਾ ਵਿੱਚ ਹੀ ਚਲੇ ਜਾਂਦੇ। 84 ਲੱਖ ਜੂਨੀ ਹੰਡਾਉਂਦੇ ਹਨ। 84 ਲੱਖ ਦੇ ਗੇੜ ਵਿੱਚੋਂ ਆਏ, ਫਿਰ ਉਧਰ ਨੂੰ ਤੁਰੇ ਜਾਂਦੇ ਐ। ਮਨੁੱਖਾ ਜਨਮ ਲੈ ਕੇ ਲਾਹਾ ਨਹੀਂ ਲੈਂਦੇ, ਨਾਮ ਨਹੀਂ ਜਪਦੇ, ਸਫਲਾ ਨਹੀਂ ਕਰਦੇ ਹਨ। ਵਿਸ਼ਟਾ ਵਿੱਚ ਹੀ ਜਾ ਸਮਾਉਂਦੇ ਐ। ਅਖੀਰ ਨੂੰ ਜਿੰਨਾ ਚਿਰ ਇੱਥੇ ਰਹਿੰਦੇ ਉਹਨਾਂ ਚਿਰ ਵੀ ਵਿਸ਼ਟਾ 'ਚ ਹੀ ਮੂੰਹ ਮਾਰਦੇ ਰਹਿੰਦੇ ਐ, ਵਿਕਾਰਾਂ ਰੂਪੀ ਗੰਦਗੀ ਹੀ ਖਾਂਦੇ ਰਹਿੰਦੇ ਹਨ। ਤਿਨ ਕਾ ਜਨਮ ਸਫਲ ਹੈ, ਜੋ ਚੱਲ ਹੈ ਸਤਿਗੁਰ ਭਾਈ। ਉਹਨਾਂ ਦਾ ਜੀਵਨ, ਉਹਨਾਂ ਦਾ ਜਨਮ ਬਹੁਤ ਸਫਲਾ ਹੈ। ਮਹਾਰਾਜ ਕਹਿੰਦੇ ਜਿਹੜੇ ਸਤਿਗੁਰੂ ਜੀ ਦੇ ਭਾਏ, ਮਹਾਰਾਜ ਦੀ ਰਜ਼ਾ ਵਿੱਚ, ਸੱਚੇ ਸਤਿਗੁਰੂ ਦੇ ਭੈ ਵਿੱਚ, ਹੁਕਮ ਵਿੱਚ ਚੱਲਦੇ ਹਨ। ਕੁਲ ਉਧਾਰ ਹੈ ਆਪਣਾ,
ਧਨ ਜਣੇ ਦੀ ਮਾਏ। ਆਪਣੀ ਕੁੱਲ ਦਾ ਉਧਾਰ ਕਰ ਲੈਂਦੇ ਆ ਉਹ ਮਹਾਨ ਮਹਾਂਪੁਰਖ, ਮਹਾਨ ਗੁਰਸਿੱਖ ਜਿਹੜੇ ਸਤਿਗੁਰੂ ਜੀ ਦਾ ਨਾਮ ਜਪਦੇ, ਗੁਰੂ ਭੈ ਵਿੱਚ ਚੱਲਦੇ ਐ। ਮਹਾਰਾਜ ਕਹਿੰਦੇ ਉਹਨਾਂ ਦੀ ਮਾਂ ਵੀ ਧਨਤਾ ਦੇ ਯੋਗ ਹੋ ਜਾਂਦੀ, ਜਨਮ ਦੇਣ ਵਾਲੀ। ਹਰ ਹਰ ਨਾਮ ਧਿਆਈਐ, ਜਿਸ ਨਾਮ ਕਿਰਪਾ ਕਰੇ ਰਜਾਈ। ਉਸ ਹਰੀ ਪ੍ਰਮਾਤਮਾ ਦਾ ਨਾਮ ਜਪੀਏ ਭਾਈ, ਜਿਹੜਾ ਹਰਿਆਂ ਭਰਿਆਂ ਕਰ ਦਿੰਦਾ। ਜਪਦਾ ਕੌਣ ਹੈ? ਜਿਹਦੇ ਤੇ ਸਤਿਗੁਰੂ ਦੀ ਰਜਾ ਹੋਵੇ, ਕਿਰਪਾ ਹੋਵੇ, ਜਿਹਦੇ ਤੇ ਉਹ ਨਦਰ ਕਰਦੇ ਨੂੰ ਧਿਆਉਂਦੇ ਹਨ। ਜਿਨੇ ਗੁਰਮੁਖ ਨਾਮ ਧਿਆਇਆ, ਵਿੱਚ ਹੋ ਆਪ ਗਵਾਏ। ਜਿਨ੍ਹਾਂ ਗੁਰਸਿੱਖਾਂ ਨੇ ਨਾਮ ਜਪਿਆ ਹੈ, ਧਿਆਇਆ ਹੈ, ਆਪਣੇ ਹਿਰਦੇ ਵਿੱਚੋਂ ਹੰਕਾਰ ਨੂੰ, ਮੈਂ ਨੂੰ, ਮੇਰੀ ਨੂੰ ਮਿਟਾ ਕੇ ਉਹਨਾਂ ਤੇ ਮਹਾਰਾਜ ਦਇਆ ਕਰਕੇ ਉਹਨਾਂ ਨੂੰ ਉੱਚੇ ਬਣਾ ਦਿੰਦੇ ਹਨ। ਓਏ ਅੰਦਰਹੁ ਬਾਹਰਹੁ ਨਿਰਮਲੀ, ਸੱਚੀ ਸੱਚ ਸਮਾਈ। ਅੰਦਰੋਂ ਵੀ ਤੇ ਬਾਹਰੋਂ ਵੀ, ਹਿਰਦਾ ਵੀ ਨਿਰਮਲ, ਸਰੀਰ ਵੀ ਪਵਿੱਤਰ ਹੋ ਜਾਂਦਾ। ਇਸ ਤਰੀਕੇ ਦੇ ਨਾਲ ਵਿਚਾਰ ਉਹਨਾਂ ਦੀ ਪਵਿੱਤਰ ਹੋ ਜਾਂਦੀ ਹੈ। ਸਿਧਾਂਤਕ ਵਿਚਾਰਾਂ ਕਰਦੇ ਹੈ, ਰੱਬ ਦੇ ਘਰ ਦੀਆਂ ਸੋਹਣੀਆਂ ਪਵਿੱਤਰ ਵਿਚਾਰਾਂ ਦੇ ਮਾਲਕ ਹੋ ਜਾਂਦੇ ਹੈ। ਸੱਚੇ ਦੇ ਵਿੱਚ ਹੀ ਸਮਾ ਜਾਂਦੇ। ਫਿਰ ਅਖੀਰ ਨੂੰ ਨਾਨਕ ਆਈ ਸੀ ਪਰਵਾਨ ਹੈ, ਜਿਨ ਗੁਰਮਤੀ ਹਰਿ ਧਿਆਏ। ਉਹ ਆਏ ਹੋਏ ਪ੍ਰਵਾਨ ਹੈ ਇਸ ਸੰਸਾਰ ਦੇ ਅੰਦਰ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ। ਮਹਾਰਾਜ ਅਖੀਰ ਵਿੱਚ ਫਿਰ ਪਹਿਲੀ ਪੰਕਤੀ ਨਾਲ ਸ਼ਬਦ ਨੂੰ ਮਿਲਾ ਕੇ ਸਮਾਪਤੀ ਕਰਦੇ ਇਸ ਸ਼ਬਦ ਦੀ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਸਤਿਗੁਰੂ ਦਾ ਨਾਮ ਜਪਿਆ, ਧਿਆਇਆ ਹੈ, ਉਹਨਾਂ ਦਾ ਆਇਆ ਹੋਇਆ ਜੀਵਨ ਸਫਲਾ ਤੇ ਪ੍ਰਵਾਨ ਹੈ। ਮਹਾਰਾਜ ਨੇ ਕਿਰਪਾ ਕੀਤੀ ਹੈ ਜੀ। ਇਹ ਪਾਕ ਸ਼ਬਦ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੇ ਅਰਥ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਓ, ਮਹਾਰਾਜ ਸੁਮਤ ਬਖਸ਼ ਦੇਣ। ਬਹੁਤ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਗੁਰੂ ਕੀ ਸੰਗਤ ਦਾ। ਕੱਲ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰਿਓ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ ਜੀ। ਸਮਾਪਤੀ ਦੀਆਂ ਪੰਕਤੀਆਂ ਪੜੋ, ਗੁਰਫਤਿਹ ਵਿੱਚ ਸਾਂਝ ਪਾਈਏ ਜੀ। ਜਿਨੇ ਗੁਰਮੁਖ ਨਾਮ ਧਿਆਇਆ, ਵਿੱਚ ਹੋ ਆਪ ਗਵਾਏ। ਓਏ ਅੰਦਰਹੁ ਬਾਹਰਹੁ ਨਿਰਮਲੀ, ਸੱਚੀ ਸੱਚ ਸਮਾਈ। ਨਾਨਕ ਆਈ ਸੀ ਪਰਵਾਨ ਹੈ, ਜਿਨ ਗੁਰਮਤੀ ਹਰਿ